ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇਰੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਦੋਹਰਾ ਆਗਿਆ ਕਾ ਸੰਜੋਗ ਵਧੇ ਕਾਇਆ ਘਟੇ ਰੋਗ ਮੇਲੇ ਮੰਤ ਸਤਿਗੁਰ ਮਹੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹਾਂ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਨੂੰ ਸਰਵਣ ਕਰਦੇ ਹੋਏ ਆਪਾਂ ਸਰਵਣ ਕਰ ਰਹੇ ਸੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਹਨ। ਵੈਸੇ ਤਾਂ ਆਲ ਟੂ ਆਲ ਹੀ ਸਿੱਖ ਜਿਹੜਾ ਹੈ ਹਰ ਵੇਲੇ ਅਰਦਾਸ ਕਰਕੇ ਚੱਲਦਾ ਤੇ ਚੱਲਣਾ ਚਾਹੀਦਾ, ਪਰ ਫਿਰ ਵੀ ਸਤਿਗੁਰੂ ਪਾਤਸ਼ਾਹ ਜੀ ਗੁਰੂ ਪਿਆਰਿਓ ਬਿਸ਼ੰਬਰ ਦਾਸ ਦੇ ਬਹਾਨੇ ਸਾਨੂੰ ਵੀ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਸਿੱਖ ਨੂੰ ਕਿਹੜੇ ਕਿਹੜੇ ਸਮੇਂ ਤੇ ਜ਼ਰੂਰੀ ਹੈ ਅਰਦਾਸ ਕਰਨੀ ਚਾਹੀਏ। ਕੱਲ ਆਪਾਂ ਸਰਵਣ ਕਰ ਰਹੇ ਸੀ ਕਿ ਕਈ ਵਾਰੀ ਜਦੋਂ ਮਨੁੱਖ ਦੀ ਕੋਈ ਬਿਮਾਰੀ ਨਹੀਂ ਟੁੱਟਦੀ ਉਦੋਂ ਵੀ ਅਸੀਂ ਪਰਮੇਸ਼ਰ ਅੱਗੇ ਅਰਦਾਸ ਕਰੀਏ ਤੇ ਆਪਾਂ ਲਗਭਗ ਕਰਦੇ ਹਾਂ। ਔਰ ਅੱਗੇ ਇਸੇ ਤਰ੍ਹਾਂ ਕੁਝ ਹੋਰ ਬਚਨ ਸਤਿਗੁਰਾਂ ਦੇ ਆਪਾਂ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਕਾ ਸੰਜੋਗ ਵਧੇ ਕਾਇਆ ਘਟੇ ਰੋਗ। ਹਾਂ, ਕਹਿਣ ਲੱਗੇ ਜਿਸ ਵੇਲੇ ਸਾਡੇ ਸਰੀਰ ਤੇ ਕੋਈ ਬਿਮਾਰੀ ਆਉਂਦੀ ਹੈ ਉਸ ਵੇਲੇ ਉਸ ਨੂੰ ਦੂਰ ਕਰਨ ਵਾਸਤੇ ਵੀ ਸਾਨੂੰ ਪਰਮੇਸ਼ਰ ਅੱਗੇ ਗੁਰੂ ਅੱਗੇ ਅਰਦਾਸ ਕਰਨੀ ਚਾਹੀਏ ਜੀ। ਮੇਲੇ ਮੰਤ ਸਤਿਗੁਰ ਮਹੰਤ। ਔਰ ਮਹੰਤ ਹੁੰਦਾ ਹੈ ਸਲਾਹ ਮਸ਼ਵਰਾ ਦੇਣ ਵਾਲਾ। ਮੰਤ ਮੰਤਰੀ ਨੂੰ ਇਸੇ ਕਰਕੇ ਮੰਤਰੀ ਕਹਿੰਦੀ ਹੈ, ਉਹ ਰਾਜੇ ਨੂੰ ਸਲਾਹ ਦਿੰਦਾ। ਤਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਜਦੋਂ ਸਿੱਖ ਨੂੰ ਕਿਸੇ ਮੁਸ਼ਕਲ ਵੇਲੇ ਕੋਈ ਹੱਲ ਨਾ ਮਿਲੇ, ਕੋਈ ਰਸਤਾ ਨਾ ਲੱਭੇ, ਉਸ ਵੇਲੇ ਫਿਰ ਗੁਰੂ ਦੀ ਸਲਾਹ ਲੈਣੀ ਚਾਹੀਦੀ ਹੈ। ਭਾਵ ਗੁਰੂ ਅੱਗੇ ਹੀ ਅਰਦਾਸ ਕਰਨੀ ਚਾਹੀਏ ਕਿ ਮਹਾਰਾਜ ਮੇਰਾ ਕੋਈ ਇਸ ਰਸਤੇ ਦਾ ਹੱਲ ਲੱਭੋ, ਤੇ ਗੁਰੂ ਕਿਰਪਾ ਕਰਦਾ ਜੀ। ਹੋਏ ਕਾਜ ਪੂਰਾ ਸਤਿਗੁਰ ਹਜੂਰ। ਤੇ ਜਦੋਂ ਸਿੱਖ ਆਪਣੇ ਕਾਰਜ ਦੀ ਅਰਦਾਸ ਗੁਰੂ ਦੀ ਹਜ਼ੂਰੀ ਵਿੱਚ ਕਰਦਾ ਹੈ ਤੇ ਜ਼ਰੂਰ ਉਹ ਕਾਰਜ ਪੂਰਾ ਹੋ ਜਾਂਦਾ ਜੀ। ਗੁਰ ਮੇਲੀ ਦਾਸੀ ਪਾਈਏ ਸੁਖ ਪ੍ਰਗਾਸੀ। ਔਰ ਗੁਰੂ ਪਿਆਰਿਓ ਅਗਲਾ ਸ਼ਬਦ ਹੈ ਪਾਤਸ਼ਾਹ ਜੀ ਦਾ ਬਚਨ ਗੁਰਬਾਣੀ ਵਿੱਚ ਵੀ ਹੈ ਵਿਸ਼ੇ ਤੇ
ਕੰਮ ਦੀਆਂ ਗੱਲਾਂ ਵੈਸੇ ਇਹਨਾਂ ਨੂੰ ਵੀ ਕੋਈ ਇਹ ਨਾ ਸੋਚੇ ਕਿ ਕੈਸੀ ਗੱਲ ਲੈ ਕੇ ਬੈਠ ਗਏ ਆਪਾਂ। ਕੰਮ ਦੀਆਂ ਗੱਲਾਂ। ਪਾਤਸ਼ਾਹ ਜੀ ਦਾ ਬਚਨ ਹੈ, ਜੇ ਲੋੜੇ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ, ਸਦਾ ਹੋਵੇ ਸੁਹਾਗਣੀ ਹਰ ਜੀਉ ਮਰੇ ਨਾ ਜਾਏ ਰਾਮ। ਕਈ ਵਾਰੀ ਕਿਸੇ ਬੱਚੇ ਬੱਚੀ ਦਾ ਸੰਯੋਗ ਨਹੀਂ ਬਣਦਾ, ਅਸੀਂ ਕਹਿ ਦਿੰਦੇ ਹਾਂ ਜੀ ਲੜਕਾ ਨਹੀਂ ਮਿਲ ਰਿਹਾ ਸਹੀ, ਲੜਕੀ ਨਹੀਂ ਮਿਲ ਰਹੀ ਸਹੀ। ਉਸ ਵੇਲੇ ਗੁਰਬਾਣੀ ਦੇ ਵਿੱਚ ਵੀ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਕਿ ਹੇ ਬੱਚੀ, ਜੇ ਤੂੰ ਚਾਹੁੰਦੀ ਹੈ ਕਿ ਮੈਨੂੰ ਪਤੀ ਮਿਲ ਜਾਵੇ ਤੇ ਗੁਰੂ ਦੇ ਅੱਗੇ ਬੇਨਤੀ ਕਰ। ਔਰ ਹੁਣ ਤੁਸੀਂ ਕਹੋ ਕੇਵਲ ਇਸ ਵਾਸਤੇ ਬਾਣੀ ਹੈ, ਨਹੀਂ, ਇਹ ਦਰਗਾਹੀ ਬਾਣੀ ਵੀ ਹੈ ਗੁਰੂ ਪਿਆਰਿਓ। ਸਾਡੀ ਆਤਮਾ ਨੂੰ ਪਰਮੇਸ਼ਰ ਪਤੀ ਦਾ ਮਿਲਾਪ ਕਰਵਾਉਣ ਵਾਲੀ ਵੀ ਹੈ। ਇੱਕ ਇੱਕ ਸ਼ਬਦ ਦੇ ਚਾਰ ਚਾਰ ਅਰਥ ਹੁੰਦੇ ਆ। ਬ੍ਰਹਮ ਗਿਆਨੀਆਂ ਵਾਸਤੇ, ਸੰਸਾਰੀ ਲੋਕਾਂ ਵਾਸਤੇ, ਆਮ ਗੁਰਸਿੱਖਾਂ ਦੇ ਵਾਸਤੇ ਅਲੱਗ-ਅਲੱਗ ਅਰਥ ਹੁੰਦੇ ਹਨ। ਤਾਂ ਆਮ ਲੋਕਾਂ ਦੇ ਵਾਸਤੇ ਇਹ ਅਰਥ ਹੈ ਇਸ ਸ਼ਬਦ ਦਾ ਕਿ ਹੇ ਬੱਚੀ, ਜੇ ਤੇਰਾ ਕੋਈ ਸੰਯੋਗ ਨਹੀਂ ਬਣ ਰਿਹਾ, ਜਿਵੇਂ ਪਰਿਵਾਰ ਇੱਥੇ ਆ ਕੇ ਕਈ ਵਾਰੀ ਸਿੰਘਾਂ ਤੋਂ ਅਰਦਾਸ ਕਰਾਉਂਦੇ ਹੀ ਆ ਅਸੀਂ ਵੀ ਜੀ ਬੱਚੀ ਦੀ ਸ਼ਾਦੀ ਕਰਨੀ ਆ, ਬਹੁਤ ਸਮਾਂ ਹੋ ਗਿਆ, ਓਵਰ ਏਜ ਹੋ ਰਹੀ ਹੈ, ਲੜਕੀ ਲੱਭ ਨਹੀਂ ਰਿਹਾ ਲੜਕਾ ਕੋਈ, ਤੇ ਕਿਰਪਾ ਕਰੋ ਬਣ ਜਾਵੇ ਸੰਯੋਗ। ਤੇ ਗੁਰੂ ਕਿਰਪਾ ਕਰਦਾ। ਬਾਣੀ ਵੀ ਕਹਿੰਦੀ ਹੈ, ਜੇ ਲੋੜੇ ਵਰ ਵਾਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ, ਸਦਾ ਹੋਵੇ ਸੁਹਾਗਣੀ ਹਰ ਜੀਉ ਮਰੈ ਨ ਜਾਏ ਰਾਮ, ਹਰ ਜੀਉ ਮਰੈ ਨ ਜਾਏ ਗੁਰ ਕੈ ਸਹਿ ਸੁਭਾਏ। ਤੋ 21ਵੀਂ ਅਰਦਾਸ ਜਿਹੜੀ ਹੈ ਸਤਿਗੁਰੂ ਦੱਸ ਰਹੇ ਹਨ ਕਿ ਜਦੋਂ ਕਿ ਇਸ ਤਰ੍ਹਾਂ ਬੱਚਾ ਬੱਚੀ ਦੀ ਪ੍ਰਾਪਤੀ ਨਾ ਹੋਵੇ ਸਹੀ ਢੰਗ ਦੇ ਨਾਲ, ਪਤੀ ਪਤਨੀ ਦਾ ਮਿਲਾਪ ਨਾ ਹੋਵੇ, ਬੱਚਿਆਂ ਨੂੰ ਵਿਆਹੁਣ ਵਿੱਚ ਕੋਈ ਅੜਚਨ ਆਉਂਦੀ ਹੈ, ਉਦੋਂ ਵੀ ਸਿੱਖਾਂ ਨੇ ਮੰਤਰੀਆਂ ਸੰਤਰੀਆਂ ਦੇ ਕੋਲੋਂ, ਭਾਵ ਪੱਤਰੀਆਂ ਵਾਲਿਆਂ ਕੋਲੋਂ ਪੱਤਰੀਆਂ ਨਹੀਂ ਖਿਲਾਉਂਦੇ ਫਿਰਨਾ, ਇੱਥੇ ਆ ਕੇ ਅਰਦਾਸ ਕਰੋ। ਕਿਉਂਕਿ ਗੁਰਬਾਣੀ ਜਿਹੜੀ ਹੈ ਸਤਿਗੁਰ ਨੇ ਸਾਨੂੰ ਹਰ ਪੱਖ ਤੋਂ ਸੱਚ ਨਾਲ ਜੋੜਨਾ ਹੈ। ਅੱਗੇ ਹੋਲੀ ਆ ਰਹੀ ਹੈ, ਹੋਲੀ ਜਿਹੜੀ ਹੈ ਸੰਸਾਰ ਦੇ ਵਿੱਚ ਚੱਲ ਰਹੀ ਹੈ, ਠੀਕ ਹੈ, ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਵੇਖਿਆ ਬਈ ਇਹ ਹੋਲੀ ਦੇ ਵਿੱਚ ਤਾਂ ਬਹੁਤ ਸਾਰੇ ਲੋਕ ਗਾਰਾ ਚਿੱਕੜ ਪਤਾ ਨਹੀਂ ਕੀ ਕੁਝ ਲੋਕਾਂ ਦੇ ਪਾ ਦਿੰਦੇ ਹੈ, ਕੁਝ ਵਿਕਾਰੀ ਮਨੁੱਖ ਸ਼ਰਾਰਤਾਂ ਵੀ ਕਰਦੇ ਹਨ, ਔਰ ਮਨੁੱਖ ਦੀ ਇਹ ਸ਼ਕਤੀ ਨੂੰ, ਜੋਸ਼ ਨੂੰ ਜਾਇਆ ਜਾ ਰਹੀ ਹੈ। ਜਿਵੇਂ ਦਰਿਆ ਦਾ ਖੁੱਲ੍ਹਾ ਪਾਣੀ ਫਸਲਾਂ ਨੂੰ ਖਰਾਬ ਕਰ ਦਿੰਦਾ ਹੈ, ਨਹਿਰਾਂ ਨਾਲਿਆਂ ਕੱਸੀਆਂ ਸੂਇਆਂ ਦੇ ਰਾਹੀਂ ਉਹੀ ਪਾਣੀ ਬੰਨ੍ਹ ਕੇ ਫਸਲ ਨੂੰ ਪਾਲਣ ਵਾਸਤੇ ਵਰਤਿਆ ਜਾ ਸਕਦਾ। ਕੋ ਸਤਨਾਮ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਹੋਲੀ ਨੂੰ ਫਿਰ ਕੀ ਬਣਾ ਦਿੱਤਾ? ਹੋਲਾ ਮਹੱਲਾ। ਮਹੱਲੇ ਦਾ ਮਤਲਬ ਹੁੰਦਾ ਹੱਲਾ ਕਰਨਾ, ਹਮਲਾ ਕਰਨਾ। ਤੇ ਅਨੰਦਪੁਰ ਸਾਹਿਬ ਦੇ ਵਿੱਚ ਸਤਿਗੁਰਾਂ ਦੇ ਸਮੇਂ ਅੱਜ ਵੀ ਉਹ ਰੀਤ ਚੱਲ ਰਹੀ ਹੈ। ਉਸੇ ਤਰ੍ਹਾਂ ਨਿਹੰਗ ਸਿੰਘਾਂ ਵਿੱਚ ਦੋ ਜਥੇ ਬਣਾਏ ਜਾਂਦੇ, ਇੱਕ ਚਿੱਟੇ ਕੱਪੜਿਆਂ ਵਾਲੇ, ਇੱਕ ਨੀਲੇ ਬਾਣੇ ਵਾਲੇ, ਇੱਕ ਚਿੱਟੇ ਬਾਣੇ ਵਾਲੇ। ਤੋ ਜਿਹੜਾ ਇੱਕ ਜਥਾ ਹੈ ਕੇਸਗੜ੍ਹ ਸਾਹਿਬ ਤੋਂ, ਅਨੰਦਪੁਰ ਸਾਹਿਬ ਤੋਂ ਕੋਈ 3-4 ਕਿਲੋਮੀਟਰ ਦੂਰੀ ਤੇ ਇੱਕ ਜਗ੍ਹਾ ਮਿਥੀ ਹੋਈ ਹੈ, ਉੱਥੇ ਕਬਜ਼ਾ ਕਰਕੇ ਬੈਠਾ। ਤੇ ਇਧਰੋਂ ਜਿਹੜਾ ਦੂਸਰਾ ਜਥਾ ਹੈ ਉਸ ਨੇ ਉਹਨਾਂ ਤੋਂ ਕਬਜ਼ਾ ਛਡਾਉਣਾ ਹੈ। ਤੇ ਉਹ ਮਿੱਥੇ ਸਮੇਂ ਦੇ ਮੁਤਾਬਕ ਇਧਰੋਂ ਜਥਾ, ਕੋਈ ਘੋੜਿਆਂ ਤੇ ਸਵਾਰ ਹੁੰਦੇ ਆ ਸਿੰਘ, ਕੋਈ ਪੈਦਲ ਹੁੰਦੇ ਆ, ਸਭ ਦੇ ਹੱਥਾਂ ਵਿੱਚ ਸ਼ਸਤਰ ਐਂ ਫੜੇ ਹੁੰਦੀ ਆ ਜਿਵੇਂ ਬਾਕਿਆ ਕਿਸੇ ਜੰਗ ਤੇ ਜਾ ਰਹੇ ਆ। ਕੋਈ ਸਤਨਾਮ। ਔਰ ਫਿਰ ਉੱਥੇ ਜਾ ਕੇ ਜਿਹੜਾ ਦੂਸਰਾ ਜਥਾ ਹੁੰਦਾ ਉਹ ਵੀ ਤਿਆਰ ਪਰ ਤਿਆਰ ਹੁੰਦਾ ਹੈ। ਫਿਰ ਉਹ ਗੱਤਕੇਬਾਜ਼ੀ, ਨੇਜੇਬਾਜ਼ੀ ਉੱਥੇ ਹੁੰਦੀ ਹੈ। ਉੱਥੇ ਤਾਂ ਹੋ ਗਈ ਪ੍ਰੈਕਟਿਸ ਇਹ ਜੰਗ ਦੀ, ਪਰ ਕੱਲ੍ਹ ਨੂੰ ਜਦ ਜੰਗ ਦੀ ਲੋੜ ਪਈ ਇਸੇ ਪ੍ਰੈਕਟਿਸ ਨੇ ਜੰਗ ਦੇ ਵਿੱਚ ਕੰਮ ਦੇ ਦੇਣਾ। ਕੋਈ ਸਤਨਾਮ। ਤਾਂ ਹੋਲੀ ਨੂੰ ਬਦਲ ਕੇ ਸਤਿਗੁਰ ਨੇ ਹੋਲਾ ਮਹੱਲਾ ਇਸ ਕਰਕੇ ਤਿਆਰ ਕੀਤਾ ਹੈ ਕਿਉਂਕਿ ਅਭਿਆਸ ਹਰੇਕ ਕੰਮ ਦਾ ਕਰਨਾ ਪੈਂਦਾ। ਹੁਣ ਜਿਹੜਾ ਜੰਗ ਦਾ ਅਭਿਆਸ ਹੈ ਉਹ ਇਹ ਤਾਂ ਹੈ ਨਹੀਂ ਵੀ ਜਦੋਂ ਜੰਗ ਲੱਗੂਗੀ ਉਦੋਂ ਹੀ ਕਰਾਂਗੇ, ਪਹਿਲਾਂ ਅਭਿਆਸ ਦੀ ਲੋੜ ਹੈ। ਤਾਂ ਤੇ ਇਸ ਕਰਕੇ ਜਿਹੜੀ ਗੱਤਕੇਬਾਜ਼ੀ, ਨੇਜੇਬਾਜ਼ੀ ਸਿੰਘਾਂ ਦੇ ਵਿੱਚ ਕਰਾਏ ਜਾਂਦੇ ਸੀ ਗੁਰੂ ਪਿਆਰਿਓ, ਇਹਨਾਂ ਦੇ ਵਿੱਚ ਮੁਕਾਬਲੇ। ਤੇ ਫਿਰ ਜਿਹੜਾ ਜਿੱਤ ਜਾਂਦਾ ਉਹਨਾਂ ਨੂੰ ਵੀ ਇਨਾਮ ਦਿੰਦੇ, ਜਿਹੜੇ ਹਾਰ ਜਾਂਦੇ ਉਹਨਾਂ ਨੂੰ ਵੀ ਸਤਿਕਾਰ ਦਿੰਦੇ, ਪਰ ਉਹਨਾਂ ਨੂੰ ਅੱਗੇ ਤੋਂ ਹੋਰ ਅਭਿਆਸ ਕਰਨ ਦਾ ਹੁਕਮ ਵੀ ਦਿੰਦੇ 10ਵੇਂ ਪਾਤਸ਼ਾਹ ਜੀ। ਇਸ ਕਰਕੇ ਇਹ ਜੋ ਵੀ ਲਿਖਿਆ ਗਿਆ ਨਾ, ਐਵੇਂ ਕੋਈ ਟੀਕਾ ਟਿੱਪਣੀ ਕਰੇ ਵੀ ਇਹ ਕੀ ਬਾਬਾ ਲੈ ਕੇ ਬਹਿ ਗਿਆ, ਨਹੀਂ, ਇਹ ਕੰਮ ਦੀਆਂ ਗੱਲਾਂ। ਸੁਣੋ, ਪ੍ਰੀਤਮ ਜੀ ਕਹਿੰਦੇ 21ਵੀਂ ਅਰਦਾਸ ਵਿੱਚ ਜਦੋਂ ਬੱਚੇ ਬੱਚੀ ਦੀ ਸ਼ਾਦੀ ਲਈ ਜੋਗਵਾਰ ਨਾ ਲੱਭੇ ਤੇ ਫਿਰ ਅਰਦਾਸ ਕਰੋ ਆ ਕੇ, ਕਿਤੇ ਪੱਤਰੀਆਂ ਵਾਲੇ ਬ੍ਰਾਹਮਣਾਂ ਕੋਲੇ ਨਾ ਤੁਰਿਆ ਫਿਰੇ ਮੇਰਾ ਸਿੱਖ। ਰਾਖਾ ਮੇਰਾ ਸਿਦਕ ਪੂਰੀ ਗੁਰ ਭਗਤ। ਕਿਉਂਕਿ ਅਸੀਂ ਆਪਣੇ ਸਿਦਕ ਦੇ ਰਹਿਣਾ ਹੈ।
ਆਪਣਾ ਸਿਦਕ ਨਹੀਂ ਹਾਰਨਾ। ਜਦੋਂ ਅਸੀਂ ਇਸ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਜਾ ਕੇ ਪੈਰੀ ਪੈਨੇ ਆ, ਬਈ ਜੀ ਸਾਡਾ ਕੰਮ ਨਹੀਂ ਹੋ ਰਿਹਾ, ਕੋਈ ਹੱਲ ਦੱਸੋ, ਕੋਈ ਉਪਾਅ ਦੱਸੋ, ਤੇ ਉਦੋਂ ਪਤਾ ਕੀ ਹੁੰਦਾ ਹੈ, ਤੁਸੀਂ ਆਪਦੇ ਗੁਰੂ ਨੂੰ ਛੋਟਾ ਕਰ ਰਹੇ ਹੋ। ਕੋ ਸਤਨਾਮ ਸ੍ਰੀ। ਫਿਰ ਅਸੀਂ ਆਪਣੇ ਗੁਰੂ ਨੂੰ ਛੋਟਾ ਕਿਉਂ ਕਰੀਏ? ਇਹ ਸੰਸਾਰੀ ਕੰਮ ਤਾਂ ਚੱਲਦੇ ਹੀ ਰਹਿਣੇ ਹੈ, ਪਰ ਕਿਉਂ ਨਾ ਸਿੱਖ ਹਰ ਔਕੜ ਸਮੇਂ ਗੁਰੂ ਕੋਲੇ ਆ ਕੇ ਅਰਦਾਸ ਕਰੇ। ਇਸ ਕਰਕੇ ਸਿੱਖ ਦਾ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਇਹ ਵੀ ਤਾਂ ਅਰਦਾਸ ਵਿੱਚ ਹੀ ਹੈ ਨਾ। ਸਿੱਖ ਆਪਣੇ ਸਿਦਕ ਤੇ ਪੱਕਾ ਰਹੇ, ਭਗਤੀ ਪ੍ਰਵਾਨ ਹੋਵੇ, ਪੂਰਨ ਹੋਵੇ, ਮਨ ਡੋਲੇ ਨਾ, ਉਦੋਂ ਵੀ ਅਰਦਾਸ ਕਰਨੀ ਚਾਹੀਏ ਸਿਮਰਨ ਭਜਨ ਨਿਤਨੇਮ ਦੇ ਵੇਲੇ ਜੀ। ਚੋਰੀ ਕਾ ਧੰਦਾ ਗੁਰ ਰਾਖੀ ਕਰ ਧੰਦਾ। ਔਰ ਹੁਣ ਅੱਗੇ ਇੱਕ ਅਰਦਾਸ ਹੈ। ਆ ਜਿਵੇਂ ਪਿੱਛੇ ਜੇ ਇੱਕ ਸਮਾਂ ਆਇਆ, ਮੈਂ ਕਾਲੇ ਕੱਛਿਆਂ ਵਾਲੇ ਚੋਰੀਆਂ ਕਰਨ ਲੱਗੇ, ਆ ਕੇ ਡਾਕੇ ਮਾਰਨ ਲੱਗੇ, ਜੇ ਕੋਈ ਇਹੋ ਜਿਹਾ ਸਮਾਂ ਆ ਜਾਵੇ ਉਦੋਂ ਵੀ ਅਰਦਾਸ ਕਰੇ ਸਿੱਖ ਹਮੇਸ਼ਾ ਕਿ ਮਹਾਰਾਜ ਇਹੋ ਜਿਹੇ ਲੋਕਾਂ ਤੋਂ ਬਚਾਇਓ ਸਾਨੂੰ। ਤੇ 100% ਗੁਰੂ ਜਿਹੜਾ ਹੈ ਫਿਰ ਇਹੋ ਜਿਹੇ ਲੋਕਾਂ ਦਾ ਅਰਦਾਸ ਕਰਨ ਵਾਲੇ ਸਿੱਖਾਂ ਦੇ ਘਰ ਵੱਲ ਧਿਆਨ ਹੀ ਨਹੀਂ ਜਾਣ ਦਿੰਦਾ। ਕੋਈ ਸਤਨਾਮ ਸ੍ਰੀ। ਗੁਰੂ ਕਿਰਪਾ ਕਰਕੇ ਰਾਖੀ ਕਰਦਾ ਹੈ। ਇਸ ਕਰਕੇ ਐਸਾ ਸਮਾਂ ਆ ਜਾਵੇ ਤੇ ਆਪਣੀ ਬਚਤ ਕਰਨ ਵਾਸਤੇ ਸਿੱਖ ਨੂੰ ਉਦੋਂ ਵੀ ਅਰਦਾਸ ਕਰਨੀ ਚਾਹੀਏ ਜੀ। ਰਾਜਾ ਕਾ ਮਿਲਾਪ ਸਹਾਈ ਗੁਰ ਆਪ। ਤੇ ਜਦੋਂ ਕਿਸੇ ਸਰਕਾਰੀ ਕੰਮ ਦੀ ਲੋੜ ਪਵੇ ਵੀ ਆਹ ਕੰਮ ਹੁਣ ਹੋ ਜੇ ਮੇਰਾ, ਤੇ ਉਦੋਂ ਵੀ ਘਰੋਂ ਅਰਦਾਸ ਕਰਕੇ ਚੱਲੋ ਵੀ ਮਹਾਰਾਜ ਮੈਂ ਚੱਲਿਆ ਫਲਾਣੇ ਅਫਸਰ ਦੇ ਕੋਲ, ਔਰ ਤੁਹਾਡੀ ਕਿਰਪਾ ਦੇ ਨਾਲ ਮੇਰਾ ਉਹ ਕੰਮ ਕਰ ਦੇਵੇ। ਅਗਰ ਤੁਸੀਂ ਘਰੋਂ ਇਹ ਅਰਦਾਸ ਕਰਕੇ ਚੱਲੋਗੇ ਤਾਂ ਜ਼ਰੂਰ ਤੁਹਾਡਾ ਉਹ ਤੁਰੰਤ ਹੀ ਕੰਮ ਹੋ ਜਾਵੇਗਾ, ਕਿਉਂਕਿ ਅਸੀਂ ਇਹ ਚੀਜ਼ਾਂ ਵਿਸਾਰੀਆਂ ਹੋਈਆਂ। ਇਸੇ ਕਰਕੇ ਪਰਮੇਸ਼ਰ ਤੇ ਭੁੱਲੇ ਆ, ਬੇਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨਮੈ ਕੌੜੇ ਹੋਏਗੇ ਜਿਤਨੇ ਮਾਇਆ ਭੋਗ। ਭਾਵ ਗੁਰੂ ਨੂੰ ਯਾਦ ਨਾ ਕਰਨ ਕਰਕੇ। ਇੱਕ ਦਿਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਿਕਾਰ ਖੇਡਣ ਗਏ, ਸਿੰਘਾਂ ਦੇ ਨਾਲ ਤੇ ਕੋਈ ਸ਼ਿਕਾਰ ਨਾ ਮਿਲਿਆ। ਕਾਫੀ ਸਮਾਂ ਇੱਧਰ ਉੱਧਰ ਵਿਚਰਦੇ ਰਹੇ। ਸਤਿਗੁਰੂ ਪਾਤਸ਼ਾਹ ਕਹਿੰਦੇ ਸਿੰਘੋ ਭਲਾ ਆਪਾਂ ਨੂੰ ਸ਼ਿਕਾਰ ਕਿਉਂ ਨਹੀਂ ਮਿਲ ਰਿਹਾ ਅੱਜ? ਕਹਿੰਦੇ ਜੀ ਪਤਾ ਨਹੀਂ। ਕਹਿੰਦੇ ਤੁਹਾਡੇ ਵਿੱਚੋਂ ਕੋਈ ਸਿੰਘ ਅੱਜ ਤੜਕੇ ਨਾ ਕੇਸ ਵਾਹ ਕੇ ਦਸਤਾਰ ਬਨ ਕੇ ਨਹੀਂ ਆਇਆ। ਕੋਈ ਸਤਨਾਮ। ਲੇਟ ਹੁੰਦਾ ਹੁਣੇ ਉਵੇਂ ਜਿਵੇਂ ਚੱਕੀ ਦਸਤਾਰ ਭਲੇਟੀ ਤੇ ਭੱਜ ਲਿਆ। ਦੱਸੋ ਕਿਹੜਾ? ਇਹ ਖੜਾ ਹੋ ਗਿਆ ਮਾਰੇ ਮੈਂ ਹੀ ਲੇਟ ਹੋ ਗਿਆ ਅੱਜ, ਤੇ ਮੈਂ ਕਾਲੀ ਕਾਲੀ ਬਸ ਲਪੇਟ ਕੇ ਦਸਤਾਰ ਆ ਗਿਆ। ਕਹਿੰਦੇ ਚੱਲ ਇੱਥੇ ਬੈਠ ਕੇ ਹੁਣੇ ਕੇਸ ਵਾਹ। ਕੰਘਾ ਤਾਂ ਸਿੰਘਾਂ ਦੇ ਕੋਲ ਹੀ ਹੁੰਦਾ ਜੂੜੇ 'ਚ। ਕਹਿੰਦੇ ਹੁਣੇ ਇੱਥੇ ਬੈਠ ਕੇ ਕੇਸ ਵਾਹ ਕੇ ਦੁਬਾਰਾ ਦਸਤਾਰ ਬੰਨ, ਫਿਰ ਅਰਦਾਸ ਕਰਾਂਗੇ, ਫਿਰ ਆਪਾਂ ਨੂੰ ਸ਼ਿਕਾਰ ਵੀ ਮਿਲੇਗਾ। ਕਹੋ ਸਤਨਾਮ। ਤੇ ਨਿਹੰਗ ਸਿੰਘਾਂ ਨੂੰ ਕਦੇ ਗੁਰੂ ਪਿਆਰੋ ਦਸਤਾਰ ਸਜਾਉਂਦੇ ਜੇ ਨਿਗਾਹ 'ਚ ਆ ਜੇ ਨਾ, ਵੇਖਿਓ ਕਦੇ ਉਹ ਕਿਸ ਤਰ੍ਹਾਂ ਉਹਨਾਂ ਦੀਆਂ ਅਰਦਾਸਾਂ ਉਹਨਾਂ ਦੀ ਦਸਮ ਬਾਣੀ ਦੇ ਵਿੱਚ ਰਚੀਆਂ ਹੋਈਆਂ ਦਸਵੇਂ ਪਾਤਸ਼ਾਹ ਜੀ ਨੇ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਕਿਸੇ ਸਰਕਾਰੀ ਕੰਮ ਦੇ ਵੇਲੇ ਵੀ ਤੁਸੀਂ ਘਰੋਂ ਅਰਦਾਸ ਕਰਕੇ ਚੱਲੋ, ਮਹਾਰਾਜ ਨੂੰ ਯਾਦ ਕਰਕੇ ਚੱਲੋ, ਤੇ ਗੁਰੂ ਆਪ ਸਹਾਈ ਹੁੰਦਾ ਹੈ। ਸਤਿਗੁਰ ਪਾਵੇ ਮੇਘ ਦੁਰਪਿਖ ਬੇਮੁਖ ਗਹੀ ਨ ਮੇਖ। ਔਰ ਜੇ ਕਿਤੇ ਕਾਲ ਪੈਂਦਾ ਹੋਵੇ ਉਦੋਂ ਵੀ ਪਰਮੇਸ਼ਰ ਅੱਗੇ ਅਰਦਾਸ ਕਰੋ। ਅੱਜ ਕੱਲ੍ਹ ਤਾਂ ਖੈਰ ਚਲੋ ਗੁਰੂ ਕਿਰਪਾ ਸਦਕਾ ਨਹਿਰਾਂ ਦਾ ਪਾਣੀ ਆਪਣੇ ਜੰਗਲ ਦੇ ਇਲਾਕੇ ਵਿੱਚ ਵੀ ਆ ਗਿਆ। ਆਪਣਾ ਇਲਾਕਾ ਜੰਗਲ ਦਾ ਇਲਾਕਾ ਸੀ, ਗੁਰੂ ਸਾਹਿਬ ਨੇ ਮਾਲੋ ਮਾਲ ਕੀਤਾ। ਪੁਰਾਣੇ ਸਮਿਆਂ 'ਚ ਕਾਲ ਪੈਂਦੇ ਸਨ, ਲੋਕ ਉਸ ਕਾਲ ਨੂੰ ਖਤਮ ਕਰਨ ਵਾਸਤੇ ਬੜੀਆਂ ਹੀ ਅਨੇਕਾਂ ਤਰ੍ਹਾਂ ਦੀਆਂ ਰੀਤਾਂ ਵਰਤੇ ਸਨ। ਹਿੰਦੂ ਮਤ ਵਿੱਚ ਅਨੇਕਾਂ ਤਰ੍ਹਾਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਸਨ, ਔਰ ਲੋਕ ਗੁਰੂ ਪਿਆਰਿਓ ਇੰਦਰ ਦੇਵਤੇ ਦੇ ਅਨੇਕਾਂ ਮੰਤਰਾਂ ਨੂੰ ਪੜ੍ਹਦੇ ਸਨ। ਐਸੀ ਘਟਨਾ ਸਤਿਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਆਪਾਂ ਸਾਂਝੀ ਕਰੀਏ। ਚਲਦੇ ਚਲਦੇ ਸਤਿਗੁਰੂ ਉਦਾਸੀ ਦੇ ਦੌਰਾਨ ਇੱਕ ਖੇਤ ਵਿੱਚ ਦਰਖਤ ਦੀ ਛਾਂ ਵੇਖ ਕੇ ਬੈਠ ਗਏ। ਖੇਤ ਵਾਲਾ ਮਨੁੱਖ ਵੀ ਉੱਥੇ ਸੀਗਾ, ਮਾਲਕ, ਉਤਰਿਆ ਹੋਇਆ ਚਿਹਰਾ, ਉਦਾਸ ਚਿਹਰਾ। ਪਾਤਸ਼ਾਹ ਕਹਿਣ ਲੱਗੇ ਕਿਵੇਂ ਆ ਸਿੱਖਾ? ਠੀਕ ਹੈ ਮਹਾਰਾਜ, ਉਦਾਸ ਜਿਹਾ ਲੱਗਦਾ ਹੈ। ਮਹਾਰਾਜ ਕੀ ਕਰੀਏ, ਮੀਂਹ ਨਹੀਂ ਪੈ ਰਹੇ ਐਤਕੀ, ਬੜਾ ਲੰਬਾ ਸਮਾਂ ਹੋ ਗਿਆ, ਕਾਲ ਪੈ ਰਿਹਾ। ਬਾਬਾ ਜੀ ਕਹਿੰਦੇ ਫਿਰ ਅਰਦਾਸ ਕਰੋ। ਮਹਾਰਾਜ ਜੀ ਸਾਡੇ ਪਿੰਡ ਦਾ ਜਿਹੜਾ ਰਾਜਾ ਹੈ ਨਾ,
ਉਹ ਮੰਤਰ ਜਾਣਦਾ ਹੈ, ਇੰਦਰ ਦੇ ਮੰਤਰ ਜਾਣਦਾ, ਇੰਦਰ ਦੇਵਤੇ ਦੇ। ਕਹਿੰਦੇ ਫਿਰ ਉਹ ਤੋਂ ਪਵਾਓ। ਕਹਿੰਦੇ ਜੀ ਪਤਾ ਨਹੀਂ, ਐਤਕੀ ਬੜੇ ਮੰਤਰ ਪੜ੍ਹੇ, ਐਤਕੀ ਮੀਂਹ ਨਹੀਂ ਪਿਆ। ਪਾਤਸ਼ਾਹ ਕਹਿੰਦੇ ਫਿਰ ਕਰਤਾਰ ਨੂੰ ਕਹੋ। ਹੁਣ ਉਹ ਲੋਕ ਜਾਣਦੇ ਨਹੀਂ ਸੀ ਇਸ ਗੱਲ ਨੂੰ। ਇਹ ਪਰਮੇਸ਼ਰ ਦੇ ਬਾਰੇ ਜ਼ਿਆਦਾਤਰ ਲੋਕਾਂ ਨੂੰ ਜਾਣਕਾਰੀ ਨਹੀਂ ਸੀ। ਜੰਤਰਾਂ ਮੰਤਰਾਂ ਵਿੱਚ ਉਲਝੇ ਹੋਏ ਸੀ ਲੋਕ। ਆਦੀਵਾਸੀ ਪੁਰਾਣੇ ਸਮਿਆਂ ਦੇ ਵਿੱਚ ਇੰਨਾ ਗਿਆਨ ਹੀ ਨਹੀਂ ਸੀਗਾ। ਬਾਬੇ ਨਾਨਕ ਨੇ 84 ਆਪਣਾ 4 ਉਦਾਸੀਆਂ ਲਾ ਕੇ ਜਗ੍ਹਾ ਜਗ੍ਹਾ 'ਤੇ ਕਰਤਾਰ ਭਾਵ ਪਰਮੇਸ਼ਰ ਨਾਲ ਜੋੜਨਾ ਕੀਤਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਕਰਤਾਰ ਨੂੰ ਕਹੋ। ਫਿਰ ਕਹਿੰਦੇ ਜੀ ਕਰਤਾਰ ਕਿੱਥੋਂ ਦਾ ਰਾਜਾ? ਕਹਿੰਦੇ ਕਰਤਾਰ ਤਾਂ ਸਾਰੇ ਰਾਜਿਆਂ ਦਾ ਰਾਜਾ। ਮਹਾਰਾਜ ਉਹਨੂੰ ਕਿਵੇਂ ਕਹੀਏ, ਸਾਨੂੰ ਤਾਂ ਪਤਾ ਨਹੀਂ ਹੈਗਾ। ਕਹਿੰਦੇ ਕਰਤਾਰ ਅੱਗੇ ਅਰਦਾਸ ਕਰੀਏ ਤੇ ਜੇ ਕਰਤਾਰ ਚਾਹੇ ਤਾਂ ਬਿਨਾਂ ਮੀਂਹ ਤੋਂ ਵੀ ਫਸਲ ਉਗਾ ਸਕਦਾ ਹੈ। ਜ਼ਿਮੀਂਦਾਰ ਹੈਰਾਨ ਹੋ ਗਿਆ ਵੀ ਇਦਾਂ ਕਿਵੇਂ ਹੋ ਸਕਦਾ। ਕੋਈ ਸਤਨਾਮ ਮਹਾਰਾਜ ਮੀਂਹ ਤੋਂ ਬਗੈਰ ਹੀ ਫਸਲ ਹੋ ਜੂ। ਕਹਿੰਦੇ ਲੈ ਇਹ ਕਿਹੜੀ ਗੱਲ ਹੈ, ਉਹ ਚਾਹੇ ਤਾਂ ਅੱਗ ਦੇ ਅੰਗਿਆਰਾਂ ਤੇ ਫਸਲ ਉਗਾ ਸਕਦਾ ਹੈ। ਜ਼ਿਮੀਂਦਾਰ ਬੜਾ ਹੈਰਾਨ। ਮਹਾਰਾਜ ਅੱਗ ਦੇ ਅੰਗਿਆਰ ਤਾਂ ਛੱਡੋ, ਕਹਿੰਦੇ ਨਹੀਂ ਮੈਂ ਤੈਨੂੰ ਉਹਦੀ ਕੁਦਰਤ ਬਾਰੇ ਦੱਸਿਆ ਵੀ ਉਹ ਕੀ ਕੁਛ ਕਰ ਸਕਦਾ ਹੈ। ਕਹਿਣ ਲੱਗੇ ਜੀ ਫਿਰ ਕਿਰਪਾ ਕਰੋ ਸਾਡੇ ਤੇ। ਕਹਿੰਦੀ ਆਏ ਕਰ ਫਿਰ ਜਾ ਤੂੰ ਹਲ ਤੇ ਬੀਜ ਲੈ ਕੇ ਆ। ਉਹ ਪਿੰਡ ਗਿਆ। ਸਾਡਾ ਸੁਭਾਅ ਹੀ ਆ, ਰਾਹ 'ਚ ਕੋਈ ਟੱਕਰਿਆ ਕੋਈ ਨਵੀਂ ਗੱਲ ਚੰਬੇ ਵਾਲੀ। ਭਾਈ ਸਾਹਿਬ ਨੂੰ ਗੱਲ ਦੱਸਾਂ ਇੱਕ, ਸੱਥ 'ਚ ਖੜ ਗਿਆ ਜਾਂਦਾ ਜਾਂਦਾ। ਸੱਥ 'ਚ ਬੈਠੇ ਸੀ ਕੁਝ ਲੋਕ। ਕਹਿੰਦੇ ਕਿਵੇਂ ਆ? ਬੜਾ ਭੱਜਿਆ ਆਉਣਾ, ਖੁਸ਼ ਬੜਾ। ਕਹਿੰਦੇ ਯਾਰ ਇੱਕ ਮੈਨੂੰ ਸਾਧ ਟੱਕਰਿਆ, ਸਾਡੇ ਖੇਤ 3 ਸਾਧੂ ਬੈਠੇ ਨੇ। ਅੱਛਾ। ਉਹ ਕਹਿੰਦੇ ਤੂੰ ਬੀਜ ਤੇ ਹਲ ਲਿਆ ਤੇ ਆਪਾਂ ਛਿੱਟਾ ਦੇ ਦਿੰਨੇ ਆ, ਤੇਰੇ ਬਿਨਾਂ ਮੀਂਹ ਤੋਂ ਉੱਗਰ ਆਊ। ਕਹਿੰਦੇ ਮੂਰਖ ਹੋਇਆ, ਜਿਹੜੇ ਘਰੇ ਮਣਦਾਣੀ ਆ ਉਹ ਵੀ ਸਿੱਟ ਦੇ, ਪਾਣੀ ਤੋਂ ਬਗੈਰ ਕਿਤੇ ਫਸਲ ਹੋਈ ਹੈ। ਕਹਿੰਦੇ ਯਾਰ ਪਤਾ ਨਹੀਂ। ਉਹ ਕਹਿੰਦੇ ਕਰਤਾਰ ਤੇ ਭਰੋਸਾ ਕਰ। ਉਹ ਕਹਿੰਦੇ ਕਰਤਾਰ ਕੌਣ ਹੈ? ਕਹਿੰਦੇ ਪਤਾ ਨਹੀਂ ਕੌਣ ਹੈ। ਉਹ ਕਹਿੰਦੇ ਮੂਰਖਾ ਐਵੇਂ ਨਾ ਕਿਸੇ ਜ਼ਾਤ ਦੇ ਮਗਰ ਲੱਗ ਜੀ, ਰਹਿਣ ਦੇ ਤੂੰ। ਉੱਥੋਂ ਹੀ ਮੋੜਤਾ, ਦਿਮਾਗ ਬਦਲ ਗਿਆ ਵਿਚਾਰੇ ਦਾ। ਮੇਰੇ ਪ੍ਰੀਤਮ ਦੇ ਕੋਲ ਆ ਗਿਆ ਵਾਪਸ। ਕਹਿਣ ਲੱਗਿਆ ਜੀ ਪਿੰਡ ਵਾਲੇ ਸੱਥ 'ਚ ਬੈਠੇ ਕੁਝ ਲੋਕ ਤਾਂ ਐਂ ਕਹਿੰਦੇ ਸੀ ਪਾਣੀ ਤੋਂ ਬਗੈਰ ਫਸਲ ਹੁੰਦੀ ਨਹੀਂ। ਬਾਬਾ ਕਹਿੰਦੇ ਨੂੰ ਬੀਜ ਦਾ ਫਿਕਰ ਪੈ ਗਿਆ ਨਾ, ਤੂੰ ਬੀਜ ਮੈਥੋਂ ਲੈ ਲਈ ਜੇ ਖਰਾਬ ਹੋ ਗਿਆ ਤੂੰ ਲੈ ਕੇ ਆ, ਕਿਸੇ ਦੀ ਨਹੀਂ ਸੁਣਨੀ। ਹੁਣ ਘਰੇ ਗਿਆ, ਹਲ ਲਿਆਇਆ, ਮਨ ਵੀ ਸੇ ਦਾਣੇ ਜੋ ਵੀ ਉਸ ਵੇਲੇ ਕਣਕ ਜੌਂ ਦੇ ਕੋਲ ਸੀ ਉਹ ਚੱਕ ਲਿਆਇਆ, ਛਿੱਟਾ ਦੇ ਦਿੱਤਾ, ਹਲ ਫੇਰ ਦਿੱਤਾ। ਫਿਰ ਉਹ ਜ਼ਿਮੀਂਦਾਰ ਨੂੰ ਕਹਿੰਦੇ ਬਹਿ ਜਾ ਸਾਡੇ ਕੋਲ। ਮਰਦਾਨੇ ਨੂੰ ਕਹਿੰਦੇ ਮਰਦਾਨਿਆ ਹੁਣ ਤੂੰ ਐਂ ਕਰ, ਰਬਾਬ ਵਜਾ, ਆਪਾਂ ਕੀਰਤਨ ਕਰੀਏ। ਕੀਰਤਨ ਹੋਇਆ ਕਾਫੀ ਸਮਾਂ। ਫਿਰ ਉਹ ਜ਼ਿਮੀਂਦਾਰ ਘਰ ਗਿਆ, ਉਹਨਾਂ ਵਾਸਤੇ ਪ੍ਰਸ਼ਾਦਾ ਵੀ ਲੈ ਕੇ ਆਇਆ। ਪ੍ਰਸ਼ਾਦਾ ਛਕਾ ਕੇ ਘਰ ਚਲਿਆ ਗਿਆ। ਦੂਜੇ ਦਿਨ ਤੜਕੇ ਜਦ ਆਇਆ ਤੇ ਗਿੱਠ ਗਿੱਠ ਉਹ ਫਸਲ ਕਣਕ ਜਾਂ ਜਿਉਂ ਉਗਰੇ ਖੜੇ ਨੇ ਹਰੇ ਹਰੇ। ਉਹ ਹੈਰਾਨ ਹੋ ਗਿਆ ਵੀ ਹੈ, ਇੱਕ ਤਾਂ ਉਗਰਨੇ 5-7 ਦਿਨਾਂ ਬਾਅਦ ਸੀ, ਫਿਰ ਬਿਨਾਂ ਮੀਂਹ ਤੋਂ ਰਾਤੇ ਰਾਤ ਹੀ ਉਗਰ ਗਏ। ਪੈਰੀ ਪੈਂਦਾ ਹੈ। ਪਿੰਡ ਵਿੱਚ ਜਾ ਕੇ ਰੌਲਾ ਪਾਤਾ, ਕਹਿੰਦਾ ਉਹ ਸਾਡੇ ਪਿੰਡ ਤਾਂ ਫਸਲ ਉਗਰ ਵੀ ਆਈ। ਹੈਰਾਨ ਹੋਏ ਲੋਕ, ਵੇਖਣ ਵਾਸਤੇ ਆਏ। ਫਿਰ ਪਿੰਡ ਦੇ ਲੋਕ ਕਹਿਣ ਲੱਗੇ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ। ਕਹਿੰਦੇ ਵੇਖੋ ਇਹ ਤਾਂ ਤੁਹਾਡੇ ਵਿਸ਼ਵਾਸ ਵਾਸਤੇ ਤੁਹਾਨੂੰ ਤਜਰਬਾ ਕਰਾਇਆ। ਤੁਸੀਂ ਕੋਈ ਵੀ ਕੰਮ ਅੜੇ ਨਾ ਕਰਤਾਰ ਨੂੰ ਕਿਹਾ ਕਰੋ। ਇਹ ਰਾਜੇ ਰੂਜਿਆਂ ਦੀਆਂ ਜਿਹੜੀਆਂ ਹੁੰਦੀਆਂ ਜੰਤਰ ਮੰਤਰ, ਇਹ ਕਰਤਾਰ ਦੇ ਸਾਹਮਣੇ ਨਹੀਂ ਚੱਲਦੇ। ਬਾਬੇ ਨੇ ਆ ਕੇ ਉਹਨਾਂ ਦੇ ਮੰਤਰ ਬੰਦ ਕਰਤੇ, ਕਿਉਂਕਿ ਪਰਮੇਸ਼ਰ ਨਾਲ ਜੋੜਨਾ ਸੀਗਾ। ਇਹ ਨਹੀਂ ਚੱਲਦੇ। ਮਹਾਰਾਜ ਫਿਰ ਕਿਵੇਂ ਕਰੀਏ? ਕਹਿੰਦੇ ਹੁਣ ਇੱਦਾਂ ਕਰੋ, ਕੜਾਹ ਪ੍ਰਸ਼ਾਦ ਬਣਾ ਕੇ ਲਿਆਓ, ਤੁਹਾਡੇ ਸਾਰਿਆਂ ਨੂੰ ਮੀਂਹ ਪਾਉਣ ਦਾ ਢੰਗ ਦੱਸ ਦਿੰਦੇ ਆ ਕਿਵੇਂ ਪਊਗਾ। ਫਿਰ ਕਹਿੰਦੇ ਕੜਾਹ ਪ੍ਰਸ਼ਾਦ ਬਣਵਾ ਕੇ ਲਿਆਂਦਾ ਗਿਆ। ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਆ ਗਏ ਤੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਦੇਵ ਜੀ ਨੇ ਆਪ ਉਹਨਾਂ ਦੇ ਅੱਗੇ ਖੜ ਕੇ ਫਿਰ ਅਰਦਾਸ ਕੀਤੀ। ਪਰਮੇਸ਼ਰ ਅੱਗੇ ਹੈ ਤਾਂ ਖੁਦ ਹੀ ਪਰਮੇਸ਼ਰ, ਪਰ ਗੁਰੂ ਨਾਨਕ ਨੇ ਸੰਸਾਰ ਨੂੰ ਆਪਦੇ ਸਰੀਰ ਨਾਲ ਨਹੀਂ ਜੋੜਨਾ। ਇਸ ਕਰਕੇ ਉਹ ਕਿਤੇ ਵੀ ਇਹ ਨਹੀਂ ਕਹਿੰਦੇ ਕਿ ਮੈਂ ਰੱਬ ਹਾਂ। ਕੋ ਸਤਿਨਾਮ। ਉਸ ਗੁਪਤ ਨਿਰੰਕਾਰ ਨਿਰਆਕਾਰ ਨਿਰੰਜਨ ਦੇ ਨਾਲ ਜੋੜਨਾ। ਇਸ ਕਰਕੇ ਆਪ ਜੀ ਨੇ ਅੱਗੇ ਖੜ ਕੇ ਅਰਦਾਸ ਕੀਤੀ। ਅਰਦਾਸ ਕਰਦਿਆਂ ਮੀਂਹ ਸ਼ੁਰੂ ਹੋ ਗਿਆ ਤੇ ਪਿੰਡ ਵਿੱਚ ਬੱਲੇ ਬੱਲੇ ਹੋ ਗਈ ਤੇ ਸਾਰੇ ਲੋਕਾਂ ਨੇ ਮੀਂਹ ਪੈਣ ਤੇ ਆਪਣੀਆਂ ਫਸਲਾਂ ਬੀਜ ਦਿੱਤੀਆਂ। ਫਿਰ ਬੈਠ ਗਏ। ਇੱਕ ਦਿਨ ਉਹ ਮਾਲਕ ਕਹਿਣ ਲੱਗਿਆ, ਜ਼ਿਮੀਂਦਾਰ ਖੇਤਾਂ ਵਾਲਾ,
ਕਹਿੰਦਾ ਮਹਾਰਾਜ ਜੀ ਤੁਸੀਂ ਕੈਸੀ ਅੰਗਿਆਰਿਆਂ ਤੇ ਫਸਲ ਉਗਰੀ ਆਉਂਦੀ ਹੈ ਕੁਦਰਤ ਉਹਦੀ, ਉਹ ਵੀ ਤਾਂ ਵਿਖਾ ਦਿਓ ਅੱਜ ਕਿਰਪਾ ਕਰਕੇ। ਕਹਿੰਦੇ ਵੇਖ ਜਾ ਕੇ ਤੇਰੇ ਖੇਤ ਦੇ ਵਿੱਚੋਂ ਉੱਥੋਂ 4-5 ਪੌਦੇ ਪੱਟ ਕੇ ਲਿਆ, ਕਣਕ ਜੌਂ ਜੋ ਵੀ ਬੀਜਿਆ, ਔਰ ਪੱਟ ਕੇ ਥੱਲੇ ਹੱਥ ਲਾ ਕੇ ਦੇਖ ਭਲਾ ਕੀ ਆ। ਜਦੋਂ ਉਸਨੇ ਉੱਤੋਂ ਪੌਦੇ ਪੱਟ ਕੇ ਥੱਲੇ ਹੱਥ ਲਾ ਕੇ ਦੇਖਿਆ ਤੇ ਹੱਥ ਉਹਦਾ ਗਰਮ ਹੋ ਗਿਆ, ਮੱਚ ਗਿਆ। ਵੈਸੇ ਗਰਮੈਸ਼ ਤਾਂ ਹੁੰਦੀ ਆ, ਪਰ ਭੋਲੇ ਭਾਲੇ ਲੋਕਾਂ ਨੂੰ ਗਿਆਨ ਨਹੀਂ ਸੀਗਾ। ਪਾਤਸ਼ਾਹ ਨੇ ਉੱਥੇ ਆਪਣੀ ਸ਼ਕਤੀ ਨਾਲ ਉਹਨੂੰ ਉੱਥੇ ਅੱਗ ਵੀ ਦਿਖਾ ਦਿੱਤੀ। ਵੇਖ ਅੱਗ ਉੱਤੇ, ਕਿਉਂਕਿ ਅੱਗ ਤੋਂ ਬਗੈਰ ਤਾਂ ਕੋਈ ਫਸਲ ਹੁੰਦੀ ਨਹੀਂ। ਸ਼ਾਮੇ ਕੋਈ ਬੀਜ ਨਹੀਂ ਉੱਗਦਾ, ਧੁੱਪ ਵੀ ਚਾਹੀਦੀ ਆ ਤੇ ਪਾਣੀ ਵੀ ਚਾਹੀਦਾ ਤੇ ਹਵਾ ਵੀ ਚਾਹੀਦੀ ਆ। ਤਿੰਨੇ ਚੀਜ਼ਾਂ ਦੇ ਨਾਲ ਹੀ ਸਾਰੇ ਜੀਵ ਪੈਦਾ ਹੁੰਦੇ ਆ। ਕੋਈ ਸਤਨਾਮ। ਤੋ ਖੈਰ ਇਸ ਕਰਕੇ ਪਾਤਸ਼ਾਹ ਜੀ ਇੱਥੇ 25ਵੀਂ ਅਰਦਾਸ ਬਾਰੇ ਕਹਿ ਰਹੇ ਸੀ, ਜੇ ਕਾਲ ਪੈਂਦਾ ਹੋਵੇ ਤਾਂ ਗੁਰੂ ਅੱਗੇ ਅਰਦਾਸ ਕਰੋ, ਮੀਂਹ ਵੀ ਪੈ ਸਕਦਾ ਜੀ। ਧਰਮ ਕਾ ਡੰਡ ਧਨ ਕੀ ਬਖਸ਼ਿਆ ਦੁਖਨ ਬਿਹੰਡ। ਔਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ 26ਵੀਂ ਅਰਦਾਸ ਉਸ ਸਮੇਂ ਕਰਨੀ ਹੈ ਜਦੋਂ ਕਿਸੇ ਪਾਸੋਂ ਭੁੱਲ ਹੋ ਜਾਵੇ ਔਰ ਉਸ ਨੂੰ ਧਾਰਮਿਕ ਦੰਡ ਦੇ ਯੋਗ ਹੋਵੇ ਤੇ ਤਨਖਾਹ ਲਾ ਕੇ ਬਖਸ਼ਾਵੇ। ਇਹ ਗੁਰਮਤ ਵਿੱਚ ਚੱਲਦਾ। ਸਾਨੂੰ ਜਦੋਂ ਸਜ਼ਾ ਲਾਈ ਜਾਂਦੀ ਹੈ ਪੰਜ ਪਿਆਰਿਆਂ ਵੱਲੋਂ, ਕੋਈ ਅਸੀਂ ਗਲਤੀ ਕਰਦੇ ਹਾਂ ਤਾਂ ਉਹ ਸਜ਼ਾ ਦੇ ਰੂਪ ਦੇ ਵਿੱਚ ਕੀ ਆਉਂਦਾ ਹੈ? ਜੋੜੇ ਝਾੜਨਾ, ਝਾੜੂ ਮਾਰਨਾ, ਭਾਂਡੇ ਮਾਂਜਣੇ, ਗੁਰੂ ਘਰ ਦੀ ਸੇਵਾ ਕਰਨੀ, ਜਾਂ ਫਿਰ ਕੋਈ ਮਾਇਆ ਦੀ ਤਨਖਾਹ ਲਾ ਦੇਣੀ। ਉਸ ਨੂੰ ਤਨਖਾਹ ਲਾਉਣਾ ਹੁੰਦਾ ਜੁਰਮਾਨਾ। ਵੈਸੇ ਸ਼ਬਦ ਤਨਖਾਹ ਵਰਤਿਆ ਗਿਆ, ਕੋਈ ਸਤਨਾਮ। ਤੇ ਉਹ ਤਨਖਾਹ ਲਾ ਕੇ ਅਰਦਾਸ ਕਰਕੇ ਉਸ ਨੂੰ ਬਖਸ਼ ਦਿੱਤਾ ਜਾਂਦਾ ਹੈ, ਮਾਫ ਕਰ ਦਿੱਤਾ ਜਾਂਦਾ ਹੈ। ਇਹ ਗੁਰਮਤ ਵਿੱਚ ਇਹ ਰੀਤ ਚੱਲਦੀ ਹੈ। ਇਸ ਕਰਕੇ 26ਵੀਂ ਇਹ ਅਰਦਾਸ ਹੈ ਕਿ ਸਾਨੂੰ ਜਿਹੜਾ ਹੈ ਗੁਰੂ ਤੇ ਭਰੋਸਾ ਕਰਨਾ ਚਾਹੀਏ। ਭਰੋਸੇ ਦੀ ਗੱਲ ਯਾਦ ਆ ਗਈ ਮੇਰੇ। ਕਹਿੰਦੇ ਇੱਕ ਦਿਨ ਕਿਸੇ ਮਹਾਂਪੁਰਸ਼ ਦੇ ਕੋਲ ਪਿੰਡ ਵਾਲੇ ਗਏ ਕਿ ਬਾਬਾ ਜੀ ਕਿਰਪਾ ਕਰੋ, ਆਪਣੇ ਮੀਂਹ ਨਹੀਂ ਪੈ ਰਿਹਾ। ਉਹ ਕਹਿਣ ਲੱਗਿਆ ਵੀ ਕੋਈ ਗੱਲ ਨਹੀਂ, ਆਪਾਂ ਪਰਸੋਂ ਅਰਦਾਸ ਕਰਾਂਗੇ ਫਲਾਣੇ ਥਾਂ 'ਤੇ ਖੇਤਾਂ ਵਿੱਚ ਜਾ ਕੇ, ਸਾਰੇ ਨਾਲ ਚੱਲਿਓ। ਸਾਰੇ ਨਾਲ ਚੱਲ ਪਏ ਔਰ ਇੱਕ ਬੱਚੇ ਨੇ ਵੀ ਸੁਣਿਆ, ਉਹ ਬੱਚਾ ਨਾਲ ਛਤਰੀ ਲੈ ਕੇ ਤੁਰ ਪਿਆ। ਕੋਈ ਸਤਨਾਮ। ਗੱਲ ਭਰੋਸੇ ਦੀ ਆ। ਹੱਥ ਵਿੱਚ ਉਹਦੇ ਛਤਰੀ ਆ, ਬਾਕੀਆਂ ਕੋਲੇ ਨਹੀਂ ਹੈਗੀ, ਇਕੱਲੇ ਕੋਲੇ ਛਤਰੀ ਆ। ਤੇ ਕਿਸੇ ਨੇ ਵੇਖੀ ਵੀ ਛਤਰੀ ਚੱਕੀ ਆਉਂਦਾ। ਕਹਿੰਦੇ ਉਹ ਤੂੰ ਛਤਰੀ ਚੱਕੀ ਆਉਣਾ? ਕਹਿੰਦੇ ਲੈ ਤੁਹਾਨੂੰ ਪਤਾ ਨਹੀਂਗਾ, ਜਦੋਂ ਅਰਦਾਸ ਹੋ ਗਈ ਮੀਂਹ ਸ਼ੁਰੂ ਹੋ ਜਾਣਾ ਫਿਰ ਮੈਂ ਭਿੱਜ ਜਾਣਾ, ਇਸ ਕਰਕੇ ਆਪਾਂ ਇੰਤਜ਼ਾਮ ਕੀਤਾ ਛਤਰੀ ਦਾ ਨਾਲ। ਵਾਕਿਆ ਹੀ ਅਰਦਾਸ ਹੋਈ, ਉਸ ਮਹਾਂਪੁਰਸ਼ ਨੇ ਅਰਦਾਸ ਕੀਤੀ, ਮੀਂਹ ਸ਼ੁਰੂ ਹੋ ਗਿਆ। ਤੇ ਸਾਰੇ ਕਹਿੰਦੇ ਵਾਹ ਵੀ ਵਾਹ ਬਾਬਾ ਜੀ ਕਮਾਲ ਕਰਤੀ ਆ, ਤਾਂ ਤੁਹਾਡੇ 'ਚ ਬੜੀ ਤਾਕਤ ਹੈ, ਤੁਹਾਡੀ ਤਾਂ ਅਰਦਾਸ ਲੱਗਦੀ ਆ। ਆਕਾਸ਼ਬਾਣੀ ਆਈ, ਕਹਿੰਦੇ ਤੁਹਾਡੇ ਪਿੱਛੇ ਕੋਈ ਨਹੀਂ ਪਾਇਆ, ਇਹ ਤਾਂ ਜਵਾਕ ਦੇ ਛਤਰੀ ਚੱਕ ਕੇ ਲਿਆਉਣ ਕਰਕੇ ਇਹਦਾ ਭਰੋਸਾ ਰੱਖਣ ਵਾਸਤੇ ਪਾਉਣਾ ਪਿਆ ਮੈਨੂੰ। ਕੋ ਸਤਨਾਮ। ਭਰੋਸੇ ਦੀ ਗੱਲ ਹੈ। ਭਗਤ ਨਾਮਦੇਵ ਜੀ ਦੀ ਗੱਲ ਸੁਣ ਲਓ। ਕਪ ਲਗਾਏ ਨਾਮੈ ਦੋਹੇ ਆਨੀ, ਦੁੱਧ ਕਟੋਰੇ ਗੜਵੇ ਪਾਣੀ। ਜਾ ਕੇ ਕ੍ਰਿਸ਼ਨ ਜੀ ਦੇ ਮੰਦਿਰ 'ਚ ਬਹਿ ਗਿਆ। ਦੁੱਧ ਪੀਓ ਗੋਬਿੰਦਾ ਰਾਏ, ਦੁੱਧ ਪੀਓ ਮੇਰੇ ਮਨਪਤੀ ਆਏ, ਖੁਸ਼ੀ ਬਖਸ਼ੋ, ਖੁਸ਼ ਹੋ ਜਾਵਾਂ ਮੈਂ, ਦੁੱਧ ਪੀ ਲਓ। ਹੁਣ ਪੱਥਰ ਦੀ ਮੂਰਤੀ ਦੁੱਧ ਕਿੱਥੋਂ ਪੀਵੇ? ਕਿੰਨਾ ਚਿਰ ਬੈਠੇ ਰਹੇ, ਚਿੰਤਾ ਤੁਰ ਹੋਏ। दूध पियो गोबिंदा राय, नहीं तो घर को बाप रसाए। मेरा बापू रोज पिया के जाता है, अज क्यों नहीं पींदे? उन्होंने बेचारे नूं की पता सी। को सत्र कुदरती अज ऐसी घटना घटी कि वह पंडित भी मंदिर च है नहीं सी, नहीं तो बाल्टी च पा लेंदा चक के। को सतनाम, काम निबड़ जाता। पर पहले दिन नामदेव जी के बजुर्ग किधरे घरां गए सीगे, उहदी ड्यूटी ला गए बई मंदिरां दे विच अपना ठाकरां नूं भोग लवाई दुध दा। ते हुण बच्चे नूं की पता, सोचिया भी चल पींदा ही होना हैगा। कहने जी ना पीता मेरा बापू गुस्से हो जाएगा, दुध पी लो। जदों बार बार मिन्नतां कीतियां ते परमेश्वर नूं उत्थे आउणा पिया। को सतनाम, दूध पियो गोबिंदा राहे, नहीं तो घर को बाप रसाए। दूध पियाए भगत घर गया, नामे हर का दर्शन पया। उस दिन पहले दिन बचपन भी दर्शन होए सी नामदेव जी नूं, बस फिर तां पर्दा खुल गया भगत परमेश्वर का। 72 वारी दर्शन होए आ। को सतनाम, बार बार ही दर्शन होंदे रहे। फिर तां दूध पियाए भगत घर गए आ, नामे हर का दर्शन पए आ। ते उत्थे फिर उत्थे आवाज़ आउंदी आ, आकाशबाणी हुंदी आ। कहंदे असल दे विच
एक भगत मेरा हिरदै वसे, नामे देख नारायण हसे। मालक हसे, कहते भगता तू मैनू अज प्यार नाल दुध पिया है ते मैनू आउणा पिया पीण वास्ते। सच कहो सुन लियो सब जन प्रेम कियो ते नहीं प्रभ पायो। इस करके गुरु प्यारिओ ये भरोसे की गल है, जे अरदास किते पूर्ण भरोसे नाल हो जावे जी। मार्ग की भूल बख्शा गुरु चलूल। कहंदे परदेस जान वेले रस्ते विच होईयां भुल्लां भी अपने टिकाणे ते पहुँच के अरदास करनी चाहिए है। तो आपां करदे हां जदों महाराज जी नूं लैके जाने आ, इत्थों अरदास करके तुरदे आ, अगले दे घरे जाके करदे आ, उत्थों सुखासन करके महाराज जी लैके आउणे आ, फिर इत्थे अरदास करदे आ। महाराज रस्ते विच आउंदियां जांदियां अनेकां ही भुल्लां हो गईयां होणगीआं, बख्श लेना। ये भी है देसां प्रदेशां नूं जांदियां भी सिख अरदास करके चले ताकि कुराहे पैन तो बच जावे जी। चूक सब जाए पितरन सुख पाए। इस तरह हुण वड वडेरियां दी गल आ गई। गुरमत विच हर काम नूं अरदास दे नाल जोड़िया गया है। संसार जिहड़ा है वडेरियां नूं खुश करन वास्ते, पितरां नूं खुश करन वास्ते बहुत कुछ करदा, पर सिख की करे। प्रीतम जी का वचन है, पूता माता की आसीस निमख न बिसरो तुमको, हर हर चदा सदा भजो जगदीश। जिस सिमत जिस दे सिमन करिया सब दा उधार हुंदा है। पितरा होए उधारो, तेरे वड वडेरियां दा भी उधार हो जाएगा। उहदी अगे अरदास करो। पंज प्यारे जदों कोई ऐसा मनुख भी, क्योंकि जब पंज प्यारे अमृत छकाउंदे उत्थे बहुत तरह के शंके लैके अमृत छकण वाले जाते हैं। कई कह दिंदे आ जी हुण असीं पहलां लस्सी पाउंदे सी, उहदा हुण की करिए, फिर अमृत छक के। तो उत्थे फिर सिंह अरदास करते हैं भी अज तो बाद तुसीं ये अरदास करनी है कि महाराज इन्हां दा उधार तुसीं करो, हुण असीं तुहाडे बन गए हाँ। कहो सतनाम। इस विषय ते भी छोटी जी कहानी मैं आप जी नूं सुना दियां। कहते धन गुरु नानक देव जी वेख रहे ना, इन्हां दे पिता मेहता कालू ने बहुत वड्डा लंगर किया, और लंगर दे विच बहुत सारे नगर में सदे, क्योंकि वड्डा घर सीगा, पैसे वाला घर सी। पटवाई साहब सीगे मेहता कालू जी, पिंड वाले सदे, ब्राह्मण सदे। बाबा नानक पुछदा है बापू जी अज की प्रोग्राम है? कहते जी पुत्र तेरे दादे का श्राद्ध है। बाबा नानक कहना दादे का श्राद्ध है? तो फिर कहते पंडित कहते आ, क्योंकि उदू पहला हिंदू मत चलती सी, ये मत समझियो भी बाबे नानक वाली कहानी किवें जुड़ गई। ये सही है, तेरे दादे का श्राद्ध है अज पुत। काहदे वास्ते बापू? हाँ पंडित कहते आ बई जे श्राद्ध करिए तो पितरां कोले पहुँच जाता है। बाबा नानक कहना बापू सब फोकट है। जिथे साडे बजुर्गों दीयां रूहां बैठियां उत्थे तो सिमन भजन बंदगी चलती है, उत्थे इस रोटी की लोड़ ही नहीं हैगी। कहो सतनाम। ये संसारी खुराक है, ये उत्थे नहीं पहुँचती। कोई पंडितां ने बिल्टी नहीं करवाती, ये तो जिहड़ा खा गया उही खा गया। ते नाले जिथे अपने बजुर्ग बैठे न उत्थे इदां चीज़ां की लोड़ नहीं है। मेहता कालू कहना पुत वेख ठीक है, लोग तेरियां सिफतां करते हैं कि मेहता कालू का पुत्ता रब ही है, पर मैनू जां तां विखावे तां मन्ना। कोई सतनाम। कहन लगे आ जा। फिर उस वेले चौंकड़ा लवाया, बाह फड़ी बापू की, आप भी ध्यान जोड़िया तो उन्हों का भी ध्यान जोड़िया। ध्यान जोड़ के उन्होंने रूह नूं सुरत नूं सचखंड लै गए। कोई सतनाम। जदों कहने सचखंड गए मेहता कालू जी की रूह, तो उत्थे जिन्ने बैठे सी सारे उठ के खड़े हो गए, कहने सत्कार करदियां होया। ते उन्हां दे विच मेहता कालू दे वड्डे बजुर्ग जो पहला गुजरे हुए है, कहने कालू तू भी इत्थे आ गया? कहने हाँ। ते तुसीं इत्थे कदों कदे आए हो? कहने जदों दा तेरे घरे नानक पैदा होया ना, उदण दा धर्मराज कहंदा भी नानक दे रिश्तेदारां नूं सचखंड भेज दिओ भाई। हुण कहो सतनाम। सानू सारियां नूं इत्थे भेज दिता है, और सानू हुण किधरे भटकण की लोड़ नहीं। घर दे विच एक बच्चा भी जे नाम जपदा है ना, उहदियां 21 कुल्लां तरदियां। इस करके गल सही है। कहो सतनाम। और किन्ना ही चिर धन गुरु नानक देव महाराज जी ध्यान जोड़ के बैठे रहे, वो आनंद लैंदे रहे।
ਫਿਰ ਧਿਆਨ ਖੋਲਿਆ, ਕਹਿੰਦੇ ਛੱਡ ਬਾਪੂ ਅੱਖਾਂ ਖੋਲ। ਜੋ ਨੇਤਰ ਖੋਲੇ ਮਾਤ ਲੋਕ 'ਚ। ਉਹ ਕਹਿੰਦੇ ਨਾਨਕ ਕਾਹਨੂੰ ਮੋੜ ਲਿਆ, ਮੈਂ ਤਾਂ ਉੱਥੇ ਹੀ ਠੀਕ ਸੀ। ਕਹੋ ਸਤਿਨਾਮ। ਕੀ ਵੇਖ ਕੇ ਆਇਆ, ਸਾਰੀ ਘਟਨਾ ਦੱਸੀ। ਕਹਿੰਦੇ ਬਸ ਫਿਰ ਅੱਜ ਤੋਂ ਬਾਅਦ ਕੋਈ ਸਰਾਧ ਨਹੀਂ ਕਰਨਾ ਸਿੱਖ ਨੇ। ਕਹੋ ਸਤਿਨਾਮ। ਸਿੱਖਾਂ ਨੂੰ ਸਰਾਧਾਂ ਦੀ ਲੋੜ ਨਹੀਂ ਹੈ, ਨਾਮ ਜਪੋ ਅਰਦਾਸ ਬੇਨਤੀ ਕਰੋ, ਇਹਦੇ ਵਿੱਚ ਹੀ ਸਾਡਾ ਲਾਹਾ ਹੈ, ਭਲਾ ਹੈ। ਇਹਦੇ ਨਾਲ ਜੁੜਦੀ ਇੱਕ ਛੋਟੀ ਜਿਹੀ ਕਹਾਣੀ ਮੈਂ ਕਦੇ ਕਦੇ ਸੁਣਾਇਆ ਕਰਦਾ। ਇੱਕ ਬਜ਼ੁਰਗ ਗੁਜ਼ਰ ਗਿਆ, ਇੱਕ ਬ੍ਰਾਹਮਣ ਉਹਨਾਂ ਦੇ ਘਰ ਆਇਆ। ਮਾਈ ਨੇ ਸਰਾਧ ਕੀਤਾ ਬਜ਼ੁਰਗ ਦਾ ਸਾਲ ਬਾਅਦ। ਔਰ ਗੁਰੂ ਪਿਆਰਿਓ, ਉਸ ਬ੍ਰਾਹਮਣ ਦੀ ਨਿਗਾਹ ਪੈ ਗਈ, ਘਰ ਵਿੱਚ ਘੋੜੀ ਖੜੀ ਹੈ। ਉਹ ਬਜ਼ੁਰਗ ਘੋੜੀ ਤੇ ਚੜ੍ਹਿਆ ਕਰਦਾ ਸੀਗਾ। ਬੱਚਾ ਤਾਂ ਛੋਟਾ ਹੀ ਆ, ਘੋੜੀ ਚੜ੍ਹ ਨਹੀਂ ਸਕਦਾ, ਘੋੜੀ ਵਿਹਲੀ ਖੜੀ ਹੈ ਘਰੇ। ਬ੍ਰਾਹਮਣ ਦੀ ਨਿਗਾਹ ਪੈ ਗਈ ਤੇ ਵਿਉਂਤ ਬਣਾਉਣ ਲੱਗਿਆ, ਕਿਸੇ ਤਰ੍ਹਾਂ ਇਹ ਘੋੜੀ ਮਨਸਾ ਲਵਾਂ ਇਹਨਾਂ ਦੇ ਕੋਲੋਂ। ਤੇ ਗੁਰੂ ਪਿਆਰਿਓ, ਮਾਈ ਨੇ ਫਿਰ ਪੁੱਛ ਲਿਆ ਜਿਵੇਂ ਆਮ ਲੋਕਾਂ ਦੀ, ਕਿਉਂਕਿ ਇਹ ਛੋਟੀ ਮੱਤ ਦੀਆਂ ਗੱਲਾਂ ਹਨ। ਕਹਿਣ ਲੱਗੀ, ਹਾਂ ਬਾਬਾ ਜੀ ਕੀ ਹਾਲ ਹੈ ਬਜ਼ੁਰਗਾਂ ਦਾ? ਕਹਿਣ ਲੱਗਿਆ ਭਾਈ ਬਹੁਤ ਠੀਕ ਹੈ, ਸੁਖੀ ਆ, ਖੁਸ਼ ਰਹਿੰਦੇ ਨੇ, ਬਸ ਠੀਕ ਹੈ। ਚਲੋ ਚੰਗੀ ਗੱਲ ਹੈ। ਹੁਣ ਚਲਿਆ ਗਿਆ, ਪ੍ਰਸ਼ਾਦਾ ਛਕ ਕੇ ਕਈ ਦਿਨ ਸੋਚਦਾ ਰਿਹਾ ਵੀ ਇਸ ਘੋੜੀ ਨੂੰ ਕਿਵੇਂ ਲਵਾਂ, ਇਹਨਾਂ ਤਾਂ ਵਾਧੂ ਖੜੀ ਆਉਣੇ, ਇਹਨਾਂ ਕਿ ਵਰਤਣੀ ਆ। ਜਦੋਂ ਕਿਤੇ ਅਗਲੇ ਸਾਲ ਸੂਲ ਆਇਆ ਨਾ ਪ੍ਰਸ਼ਾਦਾ ਛਕਣ, ਮਾਈ ਨੇ ਫੇਰ ਪੁੱਛ ਲਿਆ, ਮਹਾਰਾਜ ਕੀ ਹਾਲ ਹੈ ਬਜ਼ੁਰਗਾਂ ਦਾ, ਜਿਵੇਂ ਰੋਜ਼ ਆਪ ਜਾ ਕੇ ਆਉਂਦਾ ਹੋਵੇ ਉੱਥੇ। ਕਹੋ ਸਤਿਨਾਮ। ਕਹਿਣ ਲੱਗਿਆ ਬਹੁਤ ਠੀਕ ਹੈ ਮਾਤਾ ਜੀ, ਵੈਸੇ ਕੱਲ੍ਹ ਨਾ ਮੈਨੂੰ ਮਿਲੇ ਸੀਗੇ, ਫਿਰ ਮੈਨੂੰ ਕਹਿੰਦੇ ਬਾਕੀ ਤਾਂ ਠੀਕ ਹੈ ਯਾਰ, ਇੱਥੇ ਆਉਣਾ ਜਾਣਾ ਬੜਾ ਔਖਾ, ਜੇ ਤੂੰ ਘੋੜੀ ਭੇਜ ਦੇਵੇਂ। ਕਹੋ ਸਤਿਨਾਮ। ਘੋੜੀ ਭੇਜ ਦੇ। ਇਹ ਆਸਾ ਦੀ ਵਾਰ ਦੇ ਵਿੱਚ ਬਚਨ ਹੈਗੇ ਨਾ, ਜੇ ਮੁਹਾਕਾ ਘਰ ਮੋਹੇ, ਘਰ ਮੋਹੇ ਪਿਤਰੀ ਦੇ, ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ, ਵੱਢੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ। ਠੱਗੀ ਬ੍ਰਾਹਮਣ ਮਾਰਦਾ ਹੈ। ਜੇ ਭਲਾ ਮੈਂ ਚੋਰੀ ਦਾ ਸਮਾਨ ਚੋਰੀ ਕਰਕੇ ਬ੍ਰਾਹਮਣ ਨੂੰ ਕਹਾ ਮੇਰੇ ਬਾਪੂ ਕੋਲੇ ਭੇਜ ਦੇ, ਤੇ ਜਿਹਦਾ ਮੈਂ ਚੋਰੀ ਕਰਕੇ ਲਿਆਇਆ ਉਹਨਾਂ ਦੇ ਬੁੜੇ ਵੀ ਉੱਥੇ ਬੈਠੇ ਹੋਣ, ਤੇ ਉਹ ਕਹਿਣ ਵੀ ਆ ਤਾਂ ਸਾਡੇ ਘਰੋਂ ਆਇਆ, ਓਏ ਤੇਰੇ ਕੋਲੇ ਕਿਵੇਂ ਆ ਗਿਆ? ਉਹ ਕਹੇਗਾ ਵੀ ਇਹ ਦਲਾਲ ਬ੍ਰਾਹਮਣ ਸੀ, ਵਿੱਚ ਉਸਨੇ ਭੇਜਿਆ। ਤੇ ਕਹਿੰਦੇ ਪਹਿਲਾਂ ਉਹ ਦਲਾਲ ਨੂੰ ਫੜਿਆ ਜਾਵੇਗਾ ਵੀ ਤੂੰ ਚੋਰੀ ਦਾ ਮਾਲ ਪਹੁੰਚਾਉਣਾ ਉੱਥੇ। ਭਾਵ ਇਹ ਗੱਲ ਹੈ ਨਹੀਂ, ਵੈਸੇ ਬਾਬੇ ਨਾਨਕ ਨੇ ਇੱਕ ਚੋਟ ਕੀਤੀ ਆ। ਉਹ ਮਾਈ ਕਹਿਣ ਲੱਗੀ ਕੋਈ ਨਹੀਂ ਬਾਬਾ ਜੀ ਭੇਜ ਦਿਓ, ਘੋੜੀ ਭੇਜ ਦਿਓ, ਵਿਹਲੀ ਖੜੀ ਆ, ਹੁਣ ਕਿਹੜਾ ਕਿਸੇ ਕੰਮ ਹੈ। ਬੱਚਾ ਛੋਟਾ ਸੀ ਬਾਬੇ, ਬੱਚੇ ਦਾ ਖਿਆਲ ਤਾਂ ਸੀਗਾ। ਘੋੜੀ ਬ੍ਰਾਹਮਣ ਨੇ ਚੋਲੀ ਪਾਣੀ ਦੀ ਭਰ ਕੇ ਮਨਸਾ ਲਈ ਲੈ ਗਿਆ। ਹੁਣ ਬ੍ਰਾਹਮਣ ਰੋਜ਼ ਘੋੜੀ ਤੇ ਚੜ੍ਹ ਕੇ ਇੱਧਰ ਉੱਧਰ ਜਾਂਦਾ ਸਰਾਧ ਖਾਣ। ਬੱਚੇ ਦੀ ਨਿਗਾਹ ਪੈਂਦੀ ਆ ਘੋੜੀ ਤੇ ਵੀ, ਯਾਰ ਹੈ ਉਹੀ ਲੈ ਗਿਆ ਮਾਂਜ ਕੇ ਘੋੜੀ। ਆਪਾਂ ਹੌਲੀ ਹੌਲੀ ਸਿੱਖ ਜਾਂਦੇ ਘੋੜੀ ਤੇ ਚੜ੍ਹਨਾ। ਜਦੋਂ ਕਿਤੇ ਫੇਰ ਆਇਆ ਪ੍ਰਸ਼ਾਦਾ ਛਕਣ ਸਰਾਧ ਖਾਣ, ਉਹ ਬੱਚੇ ਦੇ ਹੁਣ ਦਿਮਾਗ ਘੁੰਮਿਆ ਵੀ ਘੋੜੀ ਵਾਪਸ ਕਿਵੇਂ ਲਵਾਂ। ਸਮਾਂ ਬਤੀਤ ਹੁੰਦਾ ਗਿਆ, ਆ ਗਿਆ ਫਿਰ ਕਿਤੇ ਸਰਾਧ ਖਾਣ, ਤੇ ਮਾਈ ਕਹਿਣ ਲੱਗੀ ਕੀ ਹਾਲ ਹੈ ਬਜ਼ੁਰਗਾਂ ਦਾ? ਕਹਿਣ ਲੱਗਿਆ ਠੀਕ ਹੈ ਬਹੁਤ ਵਧੀਆ। ਤੇ ਉਹ ਬੱਚਾ ਕਹਿੰਦਾ ਜੀ ਫਿਰ ਇਹ ਘੋੜੀ ਭੇਜੀ ਨਹੀਂ, ਤੁਸੀਂ ਲਈ ਫਿਰਦੇ ਹੋ। ਉਹ ਪੁੱਤ ਮੈਂ ਆਟੇ ਦੀ ਬਣਾ ਕੇ ਭੇਜਤੀ ਸੀ, ਜਿਵੇਂ ਆਟੇ ਦੀ ਗਾਂ ਆਨੰਦਪੁਰ ਲੈ ਕੇ ਆ ਗਏ ਸੀ। ਕਹੋ ਸਤਿਨਾਮ। ਉਹ ਕਹਿੰਦਾ ਮੈਂ ਆਟੇ ਦੀ ਬਣਾ ਕੇ ਭੇਜਤੀ ਸੀ। ਉਹ ਬੱਚਾ ਕਹਿੰਦਾ ਜੀ ਆਟੇ ਦੀ ਭੇਜਣੀ ਸੀ, ਫਿਰ ਇਹ ਕਿਉਂ ਲੈ ਗਿਆ? ਉਹ ਇਹ ਤਾਂ ਹੁਣ ਤੁਸੀਂ ਮਨਸਾਤੀ, ਭਾਵ ਸਹੁੰ ਪਾਤੀ, ਇਹ ਤਾਂ ਦੇਤੀ, ਹੁਣ ਇਹ ਤਾਂ ਹੁਣ ਚਲੋ ਕਹਿੰਦੇ ਠੀਕ ਆ ਕੋਈ ਨਾ। ਬੱਚਾ ਦਿਮਾਗ ਘੁਮਾਉਂਦਾ ਰਿਹਾ ਵੀ ਘੋੜੀ ਕਿਵੇਂ ਵਾਪਸ ਲਵਾਂ। ਜਦੋਂ ਕਿਤੇ ਫੇਰ ਆਇਆ ਸਰਾਧ ਖਾਣ, ਮਾਈ ਨੇ ਫੇਰ ਗੱਲ ਚਲਾ ਲਈ ਕੀ ਹਾਲ ਹੈ ਬਜ਼ੁਰਗਾਂ ਦਾ? ਠੀਕ ਆ। ਉਹ ਬੱਚਾ ਕਹਿੰਦਾ ਜੀ ਰਾਤ ਮੈਨੂੰ ਮਿਲਿਆ ਸੀ ਭਾਈ ਸਾਹਿਬ ਜੀ। ਅੱਛਾ ਕੀ ਕਹਿੰਦਾ ਸੀ ਪੁੱਤ? ਉਹ ਮੇਰਾ ਬਾਪੂ ਫੀਮ ਵੀ ਖਾਂਦਾ ਸੀ। ਕਹੋ ਸਤਿਨਾਮ। ਮੈਨੂੰ ਕਹਿੰਦਾ ਪੁੱਤ ਇੱਥੇ ਫੀਮ ਨਹੀਂ ਮਿਲਦੀ, ਜੇ ਥੋੜ੍ਹੀ ਜਿਹੀ ਫੀਮ ਭੇਜ ਦੇ। ਉਹ ਆਪਾਂ ਭੇਜ ਦਿਆਂਗੇ ਪੁੱਤ। ਪੰਡਤ ਕਹਿੰਦਾ ਬਸ ਠੀਕ ਆ, ਕਿਉਂਕਿ 15 ਸਰਾਧ ਹੁੰਦੀ ਹੈ ਲਗਭਗ ਮੇਰਾ ਖਿਆਲ। ਕਹਿੰਦਾ ਕੋਈ ਨਹੀਂ ਜੀ ਮੈਂ ਪਰਸੋਂ ਚੌਥੀ ਤੱਕ ਇੰਤਜ਼ਾਮ ਕਰਦਾ, ਤੇ ਫੀਮ ਵੀ ਭੇਜ ਦਿਓ। ਕਹਿੰਦੇ ਭੇਜ ਦਿਆਂਗੇ, ਲੈ ਆਈ ਤੂੰ। ਉਹ ਬੱਚੇ ਨੇ ਗੁਰੂ ਪਿਆਰਿਓ ਕਿਰਪਾ ਕੀਤੀ ਐਸੀ ਕਿ ਪਾਈਆ ਪੱਕੀ ਲਿਆਇਆ, ਤੇ ਪਾਈਆ ਦੀਆਂ ਕੰਚ ਦੀ ਗੋਲੀ ਜਿਹੜੀਆਂ ਜਿਹੜੀਆਂ ਗੋਲੀਆਂ ਬਣਾ ਕੇ ਬਾਟੀ 'ਚ ਰੱਖ ਲਈਆਂ, ਤੇ ਪ੍ਰਸ਼ਾਦਾ ਛਕ ਲਿਆ ਸ਼ਰਾਧਾਂ ਦਾ। ਆਹ ਲਓ ਜੀ, ਆਹ ਫੀਮ ਵੀ ਭੇਜ ਦਿਓ। ਬਾਟੀ ਹੱਥ 'ਚ ਰੱਖੀ ਆ, ਖੜਾ ਹੈਗਾ, ਗੋਲੀ ਵਿੱਚੋਂ ਚੱਕੀ ਪੰਡਤ ਦੇ ਹੱਥੇ ਰੱਖਤੀ। ਹੁਣ ਘੋੜੀ ਪਹੁੰਚਾਉਣੀ ਸੀ ਤੇ ਫੀਮ ਵੀ ਖਾਣੀ ਪਈ, ਤੇ ਫੱਕਾ ਮਾਰ ਕੇ ਪਾਣੀ ਪੀ ਗਿਆ।
ਉਹਨੇ ਇੱਕ ਹੋਰ ਚੱਕ ਲਈ, ਕਹਿੰਦੇ ਜੀ ਹੋ ਨਹੀਂ ਨਹੀਂ ਇੰਨੀ ਬਹੁਤ ਹੈ, ਨਹੀਂ ਨਹੀਂ ਪਾਈਆ ਭੇਜਣੀ ਆ, ਨਿਤ ਨਿਤ ਕੌਣ ਭੇਜੂਗਾ, ਕਹੋ ਸਤਨਾਮ। ਆ ਸਾਰੀ ਭੇਜਣੀ ਹੈ ਬਾਟੀ ਭਰੀ ਹੋਈ। ਹੁਣ ਪਤਾ ਲੱਗਿਆ ਨਾ ਵੀ ਇਹ ਤਾਂ ਇੱਕੋ ਗੋਲੀ ਨਹੀਂ ਢਿੱਡ ਖਿੱਚ ਦੇਣਾ ਤੇ ਸਾਰੀ ਤਾਂ ਮੌਤ ਕਰੂਗੀ, ਕਹੋ ਸਤਨਾਮ। ਉਹ ਕਹਿੰਦਾ ਨਹੀਂ ਇੰਨੀ ਬਹੁਤ ਹੈ, ਕਹਿੰਦੇ ਨਾ ਇਹ ਸਾਰੀ ਭੇਜਣੀ ਹੈ ਪਾਈਆ ਦੀ ਪਾਈਆ, ਇਹ ਸਾਰੀ ਖਾ, ਤੈਨੂੰ ਕੀ ਹੁੰਦਾ, ਜਾਣੀ ਤਾਂ ਉੱਥੇ ਹੀ ਆ। ਜਦੋਂ ਬਾਰ-ਬਾਰ ਜਦਾਈ ਸ਼ੁਰੂ ਹੋ ਗਈ ਨਾ, ਅਖੀਰ ਉਹ ਕਹਿਣ ਲੱਗਿਆ ਇਹ ਨਹੀਂ ਜਾਂਦੀ, ਕਹਿੰਦੇ ਇਹ ਨਹੀਂ ਜਾਂਦੀ ਤੇ ਫਿਰ ਘੋੜੀ ਵੀ ਨਹੀਂ ਗਈ, ਜਾਂ ਤਾਂ ਘੋੜੀ ਉੱਥੇ ਬੰਨ੍ਹ ਦੇ ਤੇ ਜਾਂ ਫਿਰ ਫੀਮ ਖਾ ਸਾਰੀ। ਉਹ ਕਹਿੰਦਾ ਬਾਪੂ ਮੈਂ ਹੀ ਨਹੀਂ ਖਾਂਦਾ, ਆਪਦੀ ਘੋੜੀ ਰੱਖ ਲਾ, ਕਹੋ ਸਤਨਾਮ। ਫਿਰ ਉਹਨੇ ਘਰੇ ਘੋੜੀ ਬੰਨ੍ਹ ਕੇ ਗਿਆ। ਸਤਿਗੁਰਾਂ ਨੇ ਸਾਨੂੰ ਇਹਨਾਂ ਕਰਮ ਕਾਂਡਾਂ ਚੋਂ ਕੱਢ ਕੇ ਕੇਵਲ ਅਕਾਲ ਪੁਰਖ ਨਾਲ ਜੋੜੇ ਆ। ਧਿਆਨ ਦਿਓ ਮੇਰੇ ਪ੍ਰੀਤਮ ਜੀ, ਕਹਿੰਦੇ ਮਨ ਸ਼ੇਰ ਵਸ ਸਤਿਗੁਰ ਬਖਸ਼। ਇਸ ਤਰ੍ਹਾਂ ਜਿਹੜਾ ਹੈ ਮਨ ਸ਼ੇਰ ਵਸ, ਮਨ ਜਿਹੜਾ ਹੈ ਸ਼ੇਰ ਵਰਗਾ ਹੈ, ਵਸ ਨਹੀਂ ਆਉਂਦਾਗਾ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਮਨ ਜੀਤੇ ਜਗ ਜੀਤ। ਇਸ ਮਨ ਦੀਆਂ ਕਿੰਨੀਆਂ ਕਹਾਣੀਆਂ ਬਾਣੀ 'ਚ ਪਈਆਂ, ਕਹੋ ਸਤਨਾਮ। ਪ੍ਰੀਤਮ ਜੀ ਕਹਿੰਦੇ ਮਨ ਜੀਤਾ ਜਗ ਜੀਤ। ਇਸ ਕਰਕੇ ਇਹ ਮਨ ਨੂੰ ਜਿੱਤਣ ਦੇ ਲਈ ਵੀ ਗੁਰੂ ਦੇ ਅੱਗੇ ਅਰਦਾਸ ਕਰੀਏ। ਕਈ ਵਾਰੀ ਕਹਿੰਦੇ ਸਾਡਾ ਮਨ ਨਹੀਂ ਲੱਗਦਾ ਜੀ, ਇਹ ਬੜਾ ਖਰਾਬ ਕਰਦਾ, ਨਿਤਨੇਮ ਕਰਦੇ ਆ, ਤੇ ਫਿਰ ਹਰ ਵੇਲੇ ਅਰਦਾਸ ਕਰੀਏ ਵੀ ਮਹਾਰਾਜ ਕਿਰਪਾ ਕਰੋ ਇਹ ਮਨ ਬਾਣੀ 'ਚ ਲੱਗ ਜਾਵੇ। ਜਦੋਂ ਅਰਦਾਸ ਕਰੋਗੇ ਜ਼ਰੂਰ ਲੱਗਣ ਲੱਗ ਜਾਵੇਗਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਇਹ ਸ਼ੇਰ ਵਰਗੇ ਮਨ ਨੂੰ ਵਸ ਕਰਨ ਲਈ, ਮਾੜੀਆਂ ਵਾਸ਼ਨਾ 'ਚੋਂ ਮੋੜਨ ਲਈ ਹਮੇਸ਼ਾ ਗੁਰੂ ਅੱਗੇ ਅਰਦਾਸ ਕਰਦੇ ਰਹੋ ਜੀ ਦੋਹਰਾ। ਭੁੱਖ ਪਿਆਸ ਸਗਰੇ ਟਰੇ ਸਤਿਗੁਰ ਪੂਰੀ ਪਾਏ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭੁੱਖ ਪਿਆਸ ਸਗਰੀ ਟਰੀ, ਬੇਨਤੀ ਕਰੋ ਕਦੋਂ ਕਿ ਜਦੋਂ ਭੁੱਖ ਤੇ ਪਿਆਸ ਖਤਮ ਹੋ ਜਾਵੇ। ਹਾਂ ਭੁੱਖਾਂ ਵੀ ਕਈ ਤਰ੍ਹਾਂ ਦੀਆਂ ਨੇ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਉਹਨਾਂ ਲੋਕਾਂ ਦੀ ਭੁੱਖ ਨਹੀਂ ਉਤਰੀ, ਭਾਵੇਂ 4 ਪੁਰੀਆਂ ਦਾ ਸਮਾਨ ਇੱਕ ਬੰਦੇ ਨੂੰ ਦੇ ਦਿਓ, ਉਤਰੀ ਕਦੋਂ? ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਾਂ ਰਸਨਾ ਨਾਮ ਤੇ ਆਇਆ। ਫਿਰ ਸੰਤੋਖ ਆ ਗਿਆ, ਸਬਰ ਆ ਗਿਆ, ਭੁੱਖ ਖਤਮ ਹੋ ਗਈ। ਤੇ ਇਸ ਸੰਸਾਰ ਦੀ ਭੱਜ ਦੌੜ ਦੀ ਜਿਹੜੀ ਭੁੱਖ ਪਿਆਸ ਆਸ਼ਾ ਤ੍ਰਿਸ਼ਨਾ ਦੀ ਹੈ ਇਹ ਵੀ ਟਲ ਜਾਵੇਗੀ। ਮਹਾਰਾਜ ਮੇਰੀ ਇਹ ਭੱਜ ਦੌੜ ਖਤਮ ਕਰ ਦਿਓ, ਮੇਰੀ ਇਹ ਭਟਕਣਾ ਖਤਮ ਹੋ ਜਾਵੇ, ਵਪਾਰ ਦੇ ਵਿੱਚ ਕਾਮਯਾਬੀ ਵੀ ਮਿਲੇ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰੋ ਜੀ। ਇਸ ਕਹੇ ਅਰਦਾਸ ਗੁਰ ਸੁਨੇ ਸਿੱਖ ਚਿਤ ਲਾਏ। ਇਸ ਤਰ੍ਹਾਂ ਇਹ 30ਵੀਂ ਅਰਦਾਸ ਦੇ ਵਿੱਚ ਸਤਿਗੁਰਾਂ ਨੇ ਹੁਕਮ ਦਿੱਤਾ ਸੀ। ਸੁਨੇ ਸਿੱਖ ਚਰਨੀ ਲੱਗਾ ਗੁਰੂ ਕਹੇ ਹੁਲਸਾਏ। ਇਸ ਤਰ੍ਹਾਂ ਗੁਰੂ ਜੀ ਹੋਰ ਵੀ ਅਨੇਕਾਂ ਤਰ੍ਹਾਂ ਦੇ ਬਚਨ ਬਿਲਾਸ ਦੱਸਦੇ ਹਨ। ਆਨੰਦ ਪ੍ਰਸੰਨ ਹੋ ਕੇ ਕਹਿੰਦੇ ਹਨ ਜੋੜੇ ਅਚਲ ਬਰਨਾਰ ਕੇ ਕਹੋ ਸਿੱਖ ਸਮਝਾਏ। ਗੁਰੂ ਦੇ ਅੱਗੇ ਅਰਦਾਸ ਕਰੋ ਔਰ ਕਰਦੇ ਆ। ਜਦੋਂ ਬੱਚਾ ਬੱਚੀ ਦਾ ਵਿਆਹ ਹੁੰਦਾ ਹੈ ਤੇ ਮਾਂ ਪਤਾ ਨਹੀਂ ਕਿੰਨੀਆਂ ਅਰਦਾਸਾਂ ਕਰਦੀ ਆ, ਕਹੋ ਸਤਿਨਾਮ। ਭਾਵੇਂ ਕਿ ਉਹ ਦੁਨੀਆ ਆਪੋ ਆਪਣੇ ਰੀਤੀ ਰਿਵਾਜਾਂ ਦੇ ਮੁਤਾਬਕ ਕੋਈ ਕਿਸੇ ਅੱਗੇ ਕਰਦਾ, ਕੋਈ ਕਿਸੇ ਅੱਗੇ ਕਰਦਾ ਹੈ, ਪਰ ਗੁਰੂ ਕਹਿੰਦੇ ਪਰਮੇਸ਼ਰ ਅੱਗੇ ਅਰਦਾਸ ਕਰੋ। ਇਹ ਦਾਤਾਂ ਦੇਣ ਵਾਲਾ ਉਹ ਹੈ। ਇਹ ਜੋੜੀ ਸਲਾਮਤ ਰਵੇ ਜੀ। ਹੀਲਾ ਨੀ ਸਹਿਬਾਲ ਬਨ ਹੈ ਅੰਨ ਪਤ ਚਚ ਜਾਏ। ਇਸ ਤਰ੍ਹਾਂ ਹੀਲਾ ਨਸ ਹੈ, ਬਹਾਲ ਬਨ ਹੈ, ਅੰਨ ਪਥ ਪਚ ਜਾਏ। ਕਹਿੰਦੇ ਜਦੋਂ ਕੋਈ ਦੁਸ਼ਮਣ ਦੁੱਖ ਦੇਵੇ ਨਾ, ਵੈਰੀ ਦੁੱਖ ਦੇਵੇ, ਤੇ ਉਸ ਵੇਲੇ ਵੀ ਅਰਦਾਸ ਕਰੋ ਜੀ ਇਹ ਚੋਂ ਤੁਸੀਂ ਬਚਾਓ ਸਾਨੂੰ। ਤੇ ਵੈਰੀ ਸਾਡੇ ਬਹੁਤ ਹੈ, ਅੰਦਰ ਵੀ ਵੈਰੀ ਹੈ, ਬਾਹਰ ਵੀ ਵੈਰੀ ਹੈ। ਤੇ ਸਿੱਖ ਹਮੇਸ਼ਾ ਅਰਦਾਸ ਵੀ ਕਰਦਾ ਤੇ ਜੰਗ ਵੀ ਕਰਦਾ ਹੈ। ਖਾਲਸਾ ਸੋਈ ਜੋ ਕਰੇ ਨਿਤ ਜੰਗ, ਖਾਲਸਾ ਸੋਈ ਜੋ ਚੜੇ ਤਰੰਗ। ਅਰਦਾਸ ਕਰੇ ਤੇ ਅੰਦਰਲੇ ਦੁਸ਼ਮਣਾਂ ਦਾ ਖਾਤਮਾ ਹੁੰਦਾ ਹੈ, ਬਾਹਰਲੇ ਦੁਸ਼ਮਣਾਂ ਤੋਂ ਵੀ ਬਚਤ ਹੁੰਦੀ ਆ। ਗੁਰੂ ਅੱਗੇ ਅਰਦਾਸ ਕਰੇ। ਇਸ ਕਰਕੇ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਕਹਿੰਦੇ ਵੈਰੀ ਤੋਂ ਬਚਣ ਦੇ ਲਈ ਵੀ ਅਰਦਾਸ ਕਰੇ। ਜਿਸ ਤਰ੍ਹਾਂ ਸਤਿਗੁਰੂ ਅਰਜਨ ਦੇਵ ਜੀ ਦਾ ਬਚਨ ਇਸ ਵਿਸ਼ੇ ਤੇ ਲੱਗਦਾ ਹੈ। ਜਿਸ ਵੇਲੇ ਪ੍ਰਿਥੀ ਚੰਦ ਦਾ ਪ੍ਰੇਰਿਆ ਸੁਲੀ ਖਾਨ ਚੜ੍ਹ ਕੇ ਆ ਰਿਹਾ ਹੈ, ਸਿੱਖਾਂ ਨੂੰ ਪਤਾ ਲੱਗ ਗਿਆ। ਇੱਕ ਸੂਹੀਏ ਸਿੱਖ ਨੇ ਆ ਕੇ ਦੱਸਿਆ ਮਹਾਰਾਜ ਜੀ ਪਤਾ ਲੱਗਿਆ ਕਿ ਪ੍ਰਿਥੀ ਚੰਦ ਨੇ ਤੁਹਾਡੇ ਤੇ ਸੁਲਹੀ ਖਾਨ ਜਰਨੈਲ ਨੂੰ ਚੜ੍ਹਾ ਕੇ ਭੇਜਿਆ। ਪਹਿਲੀ ਵਾਰ ਧੰਨ ਗੁਰੂ ਅਰਜਨ ਦੇਵ ਜੀ ਨੂੰ ਜਦ ਪਤਾ ਲੱਗਿਆ
ਤਾਂ ਉਧਰੋਂ ਬੱਚੇ ਦੇ ਹੋਣ ਦੀ ਸੰਭਾਵਨਾ ਸੀ। ਛੇਵੇਂ ਪਾਤਸ਼ਾਹ ਜੀ ਮਾਤਾ ਦੇ ਉਧਰ ਵੀ ਸਨ। ਇਸ ਕਰਕੇ ਬਾਬੇ ਬੁੱਢੇ ਦਾ ਪਹਿਲਾ ਬਚਨ ਸੀ ਕਿਵੇਂ ਭਾਜੜਾਂ ਪਈਆਂ ਆਉਂਦੀਆਂ ਤਾਂ ਸਾਰਾ ਪਰਿਵਾਰ ਇੱਥੋਂ ਚੱਲ ਕੇ ਗੁਰੂ ਪਿਆਰਿਓ ਗੁਰੂ ਕੀ ਬਡਾਲੀ ਚਲਿਆ ਗਿਆ। ਕੋਈ ਸਤਨਾਮ। ਤੇ ਸੁਲੀ ਖਾਨ ਫੜਨ ਵਾਸਤੇ ਆਇਆ ਤੇ ਪ੍ਰਿਥੀ ਚੰਦ ਕਹਿੰਦਾ ਉਹ ਡਰ ਕੇ ਭੱਜ ਗਏ। ਉਹ ਛੱਡ ਗਏ ਅੰਮ੍ਰਿਤਸਰ ਨੂੰ। ਹੁਣ ਨਾ ਫਿਕਰ ਕਰ, ਹੁਣ ਤਾਂ ਜਨਤਾ ਮੈਨੂੰ ਹੀ ਪੂਜੂਗੀ, ਮੈਨੂੰ ਹੀ ਮੱਥੇ ਟੇਕੂਗੀ, ਮੈਂ ਇੱਥੇ ਗੁਰੂ ਬਣ ਕੇ ਬਹਿ ਜਾਊਂਗਾ। ਸੁਲੀ ਖਾਨ ਮੁੜ ਗਿਆ ਉਸ ਵੇਲੇ। ਦੁਬਾਰਾ ਫਿਰ ਜਦੋਂ ਗੁਰੂ ਪਿਆਰੋ ਸਾਹਿਬਜ਼ਾਦੇ 5 ਸਾਲਾਂ ਦੇ ਹੋ ਗਏ ਤੇ ਵਾਪਸ ਆ ਗਏ ਬਡਾਲੀ ਅਪ ਤੋਂ ਅੰਮ੍ਰਿਤਸਰ ਸਾਹਿਬ। ਸੁਲੀ ਖਾਨ ਨੂੰ ਫਿਰ ਸੁਨੇਹਾ ਦੇਤਾ ਇਸਨੇ, ਹੁਣ ਆ ਗਏ ਵਾਪਸ, ਇਹਨਾਂ ਤਿੰਨਾਂ ਨੂੰ ਫੜ ਕੇ ਲੈ ਜਾ। ਹੁਣ ਤਾਂ ਗੁਰੂ ਪਿਆਰਿਓ ਜਹਾਂਗੀਰ ਤੋਂ ਮਾਮਲਾ ਇਕੱਠਾ ਕਰਨ ਦਾ ਬਹਾਨਾ ਬਣਾ ਕੇ 5000 ਫੌਜ ਲੈ ਕੇ ਆ ਗਿਆ। ਸਿੱਖਾਂ ਨੇ ਆ ਕੇ ਦੱਸਿਆ ਮਹਾਰਾਜ ਸੁਲੀ ਖਾਨ ਚੜ੍ਹ ਕੇ ਆ ਰਹੇ ਹੈ, ਤੁਸੀਂ ਕੁਛ ਕਰੋ। ਗੁਰੂ ਅਰਜਨ ਦੇਵ ਜੀ ਕਹਿੰਦੇ ਆਪਾਂ ਕੀ ਕਰਨਾ, ਕੁਛ ਨਹੀਂ ਕਰਨਾ ਆਪਾਂ। ਤਾਂ ਇੱਥੇ ਬਾਣੀ ਦਾ ਬਚਨ ਹੈ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ। ਸੰਗਤ ਨੇ ਸਲਾਹ ਦਿੱਤੀ ਪਹਿਲੀ ਕਿ ਚਿੱਠੀ ਲਿਖ ਕੇ ਭੇਜੋ ਵੀ ਕੀ ਗੱਲ ਆ ਬਈ, ਤੂੰ ਕਿਵੇਂ ਅੰਮ੍ਰਿਤਸਰ ਤੇ ਚੜ੍ਹਾਈ ਕੀਤੀ ਆ। ਗੁਰੂ ਅਰਜਨ ਦੇਵ ਜੀ ਕਹਿੰਦੇ ਬਿਲਕੁਲ ਨਹੀਂ, ਕੋਈ ਚਿੱਠੀ ਨਹੀਂ ਭੇਜਣੀ। ਦੁਤੀਆ ਮਤਾ ਦੋਏ ਮਨੁੱਖ ਪਹੁੰਚਾਵੋ। ਦੂਜੀ ਸਲਾਹ ਦਿੱਤੀ ਫਿਰ 2 ਬੰਦੇ ਭੇਜ ਕੇ ਪੁੱਛੋ ਮਹਾਰਾਜ ਜੋ ਫੌਜ ਲੈ ਕੇ ਅੰਮ੍ਰਿਤਸਰ 'ਚ ਵੜ ਗਿਆ ਸਾਰੀ ਸੰਗਤ ਡਿਸਟਰਬ ਹੋ ਜਾਣੀ ਆ ਆਪਣੀ। ਕਹਿੰਦੇ ਨਹੀਂ, ਕੋਈ ਬੰਦੇ ਨਹੀਂ ਭੇਜਣੇਗੇ। ਤ੍ਰਿਤੀਆ ਮਤਾ ਕਿਛ ਕਰੋ ਉਪਾਇਆ। ਫਿਰ ਤੁਸੀਂ ਕੁਛ ਕਰੋ, ਸਰਬ ਸ਼ਕਤੀਮਾਨ ਹੋ, ਕੋਈ ਐਸੀ ਜੁਗਤੀ ਵਰਤੋ ਕਿ ਉਹ ਰਾਹ 'ਚ ਹੀ ਰਹਿ ਜਾਵੇ, ਕਿਧਰੇ ਚਲਿਆ ਜਾਵੇ। ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ, ਮੈਂ ਕੁਛ ਨਹੀਂ ਕਰਨਾ, ਮੈਂ ਸਭ ਕੇ ਛੋੜ ਪ੍ਰਭ ਤੂੰ ਹੀ ਧਿਆਇਆ, ਮੈਂ ਤੈਨੂੰ ਹੀ ਸਿਮਰਦਾ ਹਾਂ, ਬਸ ਉਹਦੇ ਅੱਗੇ ਅਰਦਾਸ ਕਰੋ। ਇਹ ਸਭ ਉਹਦੇ ਹੱਥ ਵਿੱਚ ਹੈ ਖੇਡ। ਕਹੋ ਸਤਨਾਮ। ਤੇ ਉਹ ਸੁਲੀ ਖਾਨ ਚੱਲਦਾ ਚੱਲਦਾ ਪਹੁੰਚ ਗਿਆ ਹੇਹਰਾ ਪਿੰਡ, ਜਿਸ ਪਿੰਡ ਵਿੱਚ ਪ੍ਰਿਥੀ ਚੰਦ ਹਰਿਮੰਦਰ ਸਾਹਿਬ ਦੇ ਵਰਗਾ ਗੁਰਦੁਆਰਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਰੀਸ ਦੇ ਨਾਲ ਆਪਣੀ ਪੂਜਾ ਕਰਾਉਣ ਵਾਸਤੇ। ਜਦੋਂ ਇਹਨੂੰ ਪਤਾ ਲੱਗਿਆ ਕਿ ਸੁਲੀ ਖਾਨ ਪਹੁੰਚ ਗਿਆ ਨੇੜੇ, ਇਹ ਅੱਗੋਂ ਲੈਣ ਗਿਆ ਕਿਉਂਕਿ ਉਹਦਾ ਪੱਗ ਵੱਟ ਭਾਰਾ ਬਣ ਗਿਆ, ਗੁਰੂ ਸਾਹਿਬ ਦਾ ਦੁਸ਼ਮਣ ਬਣ ਗਿਆ, ਆਪਣੇ ਸਕੇ ਭਰਾ ਦਾ ਉਹਦਾ ਭਰਾ ਬਣ ਗਿਆ। ਕੋਈ ਸਤਨਾਮ। ਔਰ ਗੁਰੂ ਪਿਆਰਿਓ ਫਿਰ ਕੀ ਹੋਇਆ, ਜਿਸ ਵੇਲੇ ਜਾ ਕੇ ਪ੍ਰਿਥੀ ਚੰਦ ਸੁਲੀ ਖਾਨ ਨੂੰ ਮਿਲਦਾ ਹੈ, ਹੱਥ 'ਚ ਹੱਥ ਫੜੇ ਵਿਖਾਉਂਦਾ ਆਉਂਦਾ ਹੈ ਆਪਾਂ ਉਦੋਂ ਵੀ ਸੁੰਦਰ ਪਿੰਡ ਵਸਾਵਾਂਗੇ, ਉਦੋਂ ਵੀ ਸੁੰਦਰ ਗੁਰਦੁਆਰਾ ਬਣਾਵਾਂਗੇ, ਸਰੋਵਰ ਪੱਟ ਲਿਆ, ਬਸ ਇੱਟਾਂ ਪੱਕੀ ਜਾਂਦੀਆਂ ਨੇ। ਐ ਗੱਲਾਂ ਕਰਦਾ ਆਉਂਦਾ ਹੈ ਤੇ ਕੁਦਰਤ ਨੇ ਐਸੀ ਕਿਰਪਾ ਕੀਤੀ ਇਹਨੂੰ ਬਾਥਰੂਮ ਦਾ ਜ਼ੋਰ ਪੈ ਗਿਆ। ਕੋ ਸਤਨਾਮ। ਇਹ ਹੱਥ ਛੱਡ ਕੇ ਪ੍ਰਿਥੀ ਚੰਦ ਦਾ ਕਹਿੰਦਾ ਤੁਸੀਂ ਚਲੋ ਮੈਂ ਆਇਆ। ਆਪ ਉਹ ਇੱਧਰ ਨੂੰ ਟਲ ਗਿਆ ਸਾਈਡ ਨੂੰ ਤੇ ਸੁਲੀ ਖਾਨ ਭੱਜ ਕੇ ਇੱਕ ਟਿੱਬੇ ਤੇ ਚੜ ਗਿਆ। ਅਸਲ ਵਿੱਚ ਉਹ ਆਵਾ ਸੀ, ਉਹਦੇ ਵਿੱਚ ਅੱਗ ਮੱਚ ਰਹੀ ਸੀ, ਵਿੱਚ ਇੱਟਾਂ ਪੱਕ ਰਹੀਆਂ ਸੀ। ਕੋ ਸਤਨਾਮ। ਇਹ ਟਿੱਬੇ ਤੇ ਚੜਿਆ ਸੀਗਾ ਵੇਖਣ ਵਾਸਤੇ ਕਿ ਵੇਖਾਂ ਪ੍ਰਿਥੀ ਚੰਦ ਨੇ ਕਿਹੋ ਜਿਹਾ ਨਗਰ ਵਸਾਇਆ ਹੈ। ਤੇ ਜਦੋਂ ਛਾਲ ਮਾਰ ਕੇ ਭੱਜ ਕੇ ਉੱਤੇ ਚੜ ਗਿਆ ਨਾ ਇਹ, ਤੇ ਗਾਂ ਮੋਰੇ ਰੱਖੇ ਹੁੰਦੀ ਆ ਬਾਲਣ ਪਾਉਣ ਨੂੰ, ਉਹ ਮੋਰੇ ਵਿੱਚ ਪੈਰ ਪੈ ਗਿਆ। ਕਹੋ ਸਤਨਾਮ। ਜਦ ਪੈਰ ਪਿਆ ਉਸ ਦਾ, ਇਹਨੇ ਜ਼ੋਰ ਮਾਰਿਆ ਕੱਢਣ ਵਾਸਤੇ, ਤੋ ਇੱਟਾਂ ਕੱਚੀਆਂ ਚਿਣੀਆਂ ਹੁੰਦੀਆਂ, ਉਹ ਡਿੱਗ ਪਈਆਂ, ਇਹ ਦੂਜੇ ਪਾਸਿਓਂ ਵਿੱਚ ਜਾ ਰਹੇ ਹੈ। ਕਮਰ ਕਸੇ ਵਿੱਚ ਇਹਦੇ ਟਕੂਆ ਟੰਗਿਆ ਹੋਇਆ ਸੀਗਾ, ਕੁਠਾਰ ਕੁਹਾੜੇ ਨੂੰ ਕਹਿੰਦੇ ਹੈ। ਉਹ ਸਾਰੀ ਘਟਨਾ ਬਾਬਾ ਜੀ ਨੇ ਇੱਕ ਸ਼ਬਦ ਵਿੱਚ ਬੰਨ੍ਹ ਦਿੱਤੀ ਹੈ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ, ਕਾਢ ਕੁਠਾਰ ਖਸਮ ਸਿਰ ਕਾਟਿਆ। ਜਿਹੜਾ ਟਕੂਆ ਕੁਹਾੜੀ ਛੋਟੀ ਕਸੇ ਟੰਗੀ ਹੋਈ ਸੀ ਕਮਰ ਕਸੇ 'ਚ, ਉਹਦਾ ਬਾਹਾਂ ਲੱਗਿਆ ਇੱਟਾਂ ਤੇ, ਉਹ ਇੱਥੋਂ ਧੱਕੀ ਗਈ ਤੇ ਇੱਥੇ ਧੌਣ ਤੇ ਫਿਰ ਗਈ। ਕਹੋ ਸਤਨਾਮ। ਕਾਢ ਕੁਠਾਰ ਖਸਮ ਸਿਰ ਕਾਟਿਆ, ਜਿਨ ਰਚਿਆ 3 ਦਿਨਾਂ ਤੱਕ। ਜਦ ਪੁੱਠੇ ਕੰਮ ਕਰਦਾ ਬੰਦਾ ਫਿਰ ਰੱਬ ਨੇ ਬਣਾਇਆ, ਫਿਰ ਇਸ ਨੂੰ ਬਿਲੇ ਵੀ ਲਾਉਣ ਵਾਲਾ ਉਹੀ ਆ। ਕਹੋ ਸਤਨਾਮ। ਖੈਰ ਮਨੋਬਿਰਤੀਆਂ ਉੱਥੇ ਲੱਗੀਏ। ਦੁਸ਼ਮਣਾਂ ਤੋਂ ਬਚਣ ਲਈ, ਅੰਦਰਲੇ ਬਾਹਰਲੇ ਤੋਂ ਬਚਣ ਲਈ ਵੀ ਸਿੱਖ ਗੁਰੂ ਅੱਗੇ ਅਰਦਾਸ ਕਰੇ ਜੀ। ਦੁਸ਼ਟ ਕਪੇ ਮਾਇਆ ਭਗੈ, ਪਰੇ ਸ਼ਹੀਦੀ ਧਾਏ। ਔਰ ਦੁਸ਼ਟ ਵੀ ਭੱਜ ਜਾਣਗੇ, ਸਾਇਆ ਭਗੈ। ਭੂਤ ਪ੍ਰੇਤ ਦਾ ਸਾਇਆ ਵੀ ਗੁਰੂ ਦੀ ਕਿਰਪਾ ਨਾਲ ਤੁਹਾਡੇ ਸਿਰ ਤੋਂ ਲਹਿ ਜਾਵੇਗਾ।
ਸ਼ਹੀਦਾਂ ਦਾ ਪਹਿਰਾ ਹੋ ਜਾਵੇਗਾ। ਗੁਰੂ ਕਿਰਪਾ ਕਰਨ। ਅਗਲੀ ਵਿਚਾਰ 34 ਮਿਰਦਾਸ ਕੱਲ ਨੂੰ ਆਰੰਭ ਕਰਕੇ ਸਰਵਣ ਕਰਾਂਗੇ। ਵਿਚਾਰਾਂ ਇੱਥੇ ਰੋਕਦੇ ਹਾਂ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास हे पूरन हे सर्व मैं गुणतास हे संगी हे निरंकार हे निर्गुण सब टेक हे गोविंद हे गुण निधान सदा बबेक हे अपरंपर हर हरे हो बनहार हे संत कै सदा संग आधार हे ठाकुर हों दासरो निर्गुण गुण नहीं कोई नानक दीजै नाम दान परोए आए प्रभ शरणागति नित दयाल एक अखर हर मन बसत होत निहाल एक अंकार सतगुरु प्रसाद सच होए वाहिगुरु जी की फतेह है विनाशन सोए वाहिगुरु जी की फतेह है विनाशन सोए वाहिगुरु जी का खालसा वाहिगुरु जी की फतेह।